हाँ जी। सलोक महला पहला। दया कथा संतोष स्वरूप जग कंडी सत वट। हे जनेऊ जी का थई तां पांडे घत। ना ये टुटै ना मल लगै, ना ये जलै ना जाए। धन सो मानस नानका, जो गल चले पाए। इन्हां ਜਿਹੜੇ ਅਸੀਂ ਸ਼ਲੋਕ 15ਵੀਂ ਪੌੜੀ ਦੇ ਆਰੰਭ ਕੀਤੇ ਆ, ਸਾਰੇ ਅਸੀਂ ਜਾਣਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਵੀ ਅਸੀਂ ਗੁਰਪੁਰਬਾਂ 'ਤੇ ਜਾਂਦਿਆਂ ਹੋਇਆਂ ਗੁਰਦੁਆਰਿਆਂ 'ਚ ਬੈਠ ਕੇ ਇਹ ਸੁਣਿਆ ਹੈ, ਪੜ੍ਹਿਆ ਵੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਜਨੇਊ ਪਹਿਨਾਇਆ ਜਾਣ ਲੱਗਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ। ਔਰ ਗੁਰੂ ਨਾਨਕ ਸਾਹਿਬ ਨੇ ਨਾ ਉਦੋਂ ਕੀਤੀ ਜਦੋਂ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਔਰ ਸਾਰੀ ਤਿਆਰੀ ਮੁਕੰਮਲ ਹੋ ਕੇ ਪੰਡਿਤ ਨੇ ਮੰਤਰ ਵੀ ਪੜ੍ਹ ਦਿੱਤੇ ਹੈ। ਜਦੋਂ ਪੰਡਿਤ ਅਖੀਰਲੀ ਕਾਰਵਾਈ ਕਰ ਰਿਹਾ ਹੈ ਨਾ, ਜਨੇਊ ਹੱਥ ਵਿੱਚ ਲੈ ਕੇ ਗੁਰੂ ਨਾਨਕ ਸਾਹਿਬ ਦੇ ਗਲੇ ਵੱਲ ਜਾ ਰਿਹਾ ਹੈ, ਉਸ ਵੇਲੇ ਭਰੀ ਸਭਾ ਦੇ ਵਿੱਚ ਸਾਰੇ ਪ੍ਰਾਹੁਣਿਆਂ ਦੇ, ਸਾਰੇ ਭਾਈਚਾਰੇ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਉਹਦੀ ਬਾਂਹ ਫੜ ਕੇ ਰੋਕਿਆ ਕਿ ਇਹ ਜਨੇਊ ਰੁਕ ਜਾ, ਮੇਰੇ ਗਲ ਵਿੱਚ ਨਾ ਪਾਈ। ਇਹ ਆਪਾਂ ਸਾਰੇ ਹੀ ਸੁਣਦੇ ਆਏ ਹਾਂ। ਬੜੇ ਸਾਰੇ ਸਵਾਲ ਜਿਹੜੇ ਆਮ ਤੌਰ 'ਤੇ ਸਾਨੂੰ ਗੁਰਦੁਆਰਿਆਂ 'ਚੋਂ ਪ੍ਰਚਾਰਕਾਂ ਦੇ ਰਾਹੀਂ ਜਾਂ ਸਾਡੇ ਇਤਿਹਾਸ ਦੇ ਰਾਹੀਂ ਸਾਨੂੰ ਮਿਲ ਜਾਂਦੇ ਆ, ਗੁਰੂ ਨਾਨਕ ਸਾਹਿਬ ਨੇ ਪੰਡਿਤ ਨੂੰ ਕੀਤੇ। ਔਰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀਆਂ ਉਹ ਜਨੇਊ ਦੇ ਨਾਲ ਸੰਬੰਧਿਤ ਜਿੰਨੀਆਂ ਵਿਚਾਰਾਂ, ਜਿੰਨੀ ਗੱਲਬਾਤ ਧਰਮ ਦੇ ਪੱਖੋਂ, ਧਰਮੀ ਹੋਣ ਦੇ ਪੱਖੋਂ ਬਹੁਤ ਜ਼ਰੂਰੀ ਜਿਹੜੀ ਗੱਲਬਾਤ ਸੀਗੀ, ਜਿਹੜੀ ਉਹਦੇ ਨਾਲ ਸਾਂਝੀ ਕੀਤੀ, ਉਹ ਸਾਨੂੰ ਇਹਨਾਂ ਸ਼ਲੋਕਾਂ ਦੇ ਵਿੱਚੋਂ ਪੜ੍ਹਨ ਨੂੰ ਮਿਲੇਗੀ। ਪਰ ਪਹਿਲਾ ਹੀ ਸਵਾਲ ਸੀ ਕਿ ਜਨੇਊ ਜਦੋਂ ਪਾਉਣ ਤੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ ਕਿ ਮੈਂ ਇਹ ਜਨੇਊ ਨਹੀਂ ਪਾਉਣਾ, ਰੁਕ ਜਾ। ਤਾਂ ਉਹਦੇ 'ਚ ਸਭ ਤੋਂ ਪਹਿਲੀ ਗੱਲ ਪੰਡਿਤ ਵੱਲੋਂ ਇਹੋ ਹੀ ਅਚਨਚੇਤ ਹੀ ਸਹਿ ਸੁਭਾਅ ਹੀ ਮੂੰਹ 'ਚੋਂ ਨਿਕਲੀ ਸੀ, ਜੇ ਇਹ ਨਹੀਂ ਪਾਉਣਾ ਫਿਰ ਕੀ ਪਾਉਣਾ, ਜੇ ਇਹ ਨਹੀਂ ਪਾਉਣਾ ਫਿਰ ਕੀ ਪਾਉਣਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਵੇਲੇ ਦਿੱਤੇ ਹੋਏ ਉਹਨੂੰ ਜਵਾਬ ਜਿਹੜੇ ਆ ਉਹ ਅਸੀਂ ਪੜ੍ਹ ਰਹੇ ਹਾਂ ਕਿ ਜੇ ਪਾਉਣਾ ਤਾਂ ਜਨੇਊ ਉਹ ਪਾ ਜਿਹੜਾ ਮੇਰੇ ਜੀ ਦੇ ਕੰਮ ਆਵੇ। ਜੀ ਦਾ ਅਰਥ ਹੈ ਮਨ, ਜਿਹੜਾ ਮੇਰੇ ਮਨ ਦੇ ਕੰਮ ਆਵੇ। ਤੂੰ ਸਰੀਰ ਵਾਲਾ ਜਨੇਊ ਤਾਂ ਮੈਨੂੰ ਪਵਾ ਰਿਹਾ, ਪਰ ਮਨ ਵਾਲਾ ਜਨੇਊ ਤਾਂ ਤੂੰ ਦੇ ਹੀ ਨਹੀਂ ਰਿਹਾ। ਸਰੀਰ ਦੇ ਉੱਤੇ ਧਾਗਾ ਪਾਇਆ ਜਾ ਰਿਹਾ, ਮਨ ਦੇ ਉੱਤੇ ਤਾਂ ਕੋਈ ਅਸਰ ਹੋ ਹੀ ਨਹੀਂ ਰਿਹਾ। ਮਨ ਜਿਹੜੀਆਂ ਖਰਾਬੀਆਂ ਵਿੱਚ, ਮਨ ਜਿਹੜੀਆਂ ਗਲਤ ਗੱਲਾਂ ਵਿੱਚ, ਮਨ ਜਿਹੜੇ ਗਲਤ ਕੰਮਾਂ ਵਿੱਚ ਲੱਗਾ ਹੋਇਆ, ਉਹ ਤਾਂ ਜਿਉਂ ਦਾ ਤਿਉਂ ਉਵੇਂ ਹੀ ਲੱਗਾ ਹੋਇਆ। ਸਰੀਰ ਦੇ ਪੂਰੇ ਢਾਂਚੇ ਦੇ ਉੱਤੇ ਵੀ ਇਸ ਧਾਗੇ ਦਾ ਕੋਈ ਅਸਰ ਨਹੀਂ ਹੋ ਰਿਹਾ, ਕਿਉਂਕਿ ਮਨ ਤੇ ਕੋਈ ਅਸਰ ਨਹੀਂ, ਕਿਉਂਕਿ ਮਨ ਦਾ ਜਨੇਊ ਤੂੰ ਪਵਾ ਨਹੀਂ ਰਿਹਾ। ਜੇ ਮਨ ਦਾ ਜਨੇਊ ਨਹੀਂ, ਮਨ ਬੇਕਾਬੂ ਹੈ, ਸਰੀਰ ਦੇ ਉੱਤੇ ਧਾਗੇ ਦਾ ਕੋਈ ਅਸਰ ਹੋਣਾ ਨਹੀਂ, ਸਰੀਰ ਆਪਣੇ ਆਪ ਹੀ ਬੇਕਾਬੂ ਰਹੇਗਾ। ਜਦੋਂ ਗੱਡੀ ਦਾ ਡਰਾਈਵਰ ਹੀ ਇਦਾਂ ਦਾ ਆ, ਤੇ ਜਿੱਦਾਂ ਦਾ ਡਰਾਈਵਰ ਹੈ ਉਦਾਂ ਦੀ ਗੱਡੀ ਰਹੇਗੀ।
ਆਪਾਂ ਕੱਲ ਵੀ ਪੜ੍ਹਿਆ ਸੀ, ਜਦੋਂ ਸ਼ਲੋਕ ਆਪਾਂ ਪੜ੍ਹ ਰਹੇ ਸਾਂ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ। ਸਰੀਰ ਤਾਂ ਰਥ ਹੈ, ਗੱਡੀ ਹੈ, ਇਹਦਾ ਰਥਵਾਈ, ਇਹਦਾ ਡਰਾਈਵਰ ਉਹ ਤਾਂ ਮਨ ਹੈ, ਸੁਭਾਅ ਆ ਬੰਦੇ ਦਾ। ਸਤਿਗੁਰੂ ਜੀ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਬੜੀ ਕੀਮਤੀ ਗੱਲਬਾਤ ਸਾਡੇ ਲਈ ਰੱਖੀ ਹੈ। ਧਰਮੀ ਹੋਣਾ ਹਰੇਕ ਚਾਹੁੰਦਾ ਹੈ, ਹਰੇਕ ਨੂੰ ਧਰਮ ਪਿਆਰਾ ਹੈ, ਹਰੇਕ ਬੰਦਾ ਧਰਮ ਦੀਆਂ ਗੱਲਾਂ ਸੁਣਨੀਆਂ ਕਰਨੀਆਂ ਚਾਹੁੰਦਾ ਆ। ਪਰ ਅਸੀਂ ਇਹਨਾਂ ਸ਼ਲੋਕਾਂ ਨੂੰ ਵੇਖਦਿਆਂ ਨਾਲ ਨਾਲ ਅਸੀਂ ਆਪਣੀ ਪੜਚੋਲ ਵੀ ਕਰੀਏ ਕਿ ਕਿਤੇ ਇਹ ਨਾ ਹੋਵੇ ਜਿਵੇਂ ਪੰਡਿਤ ਦੀ ਇੱਕ ਸਿਰਫ ਰਸਮ ਰਹਿ ਗਈ ਸੀ ਧਾਗੇ ਵਾਲੀ, ਬਾਕੀ ਕੁਝ ਨਹੀਂ ਸੀ ਉਹਦੇ ਕੋਲ। ਕਿਤੇ ਨਾ ਹੋਵੇ ਕਿ ਗੁਰੂ ਦੇ ਸਿਧਾਂਤ, ਗੁਰੂ ਦੀਆਂ ਬਾਤਾਂ, ਗੁਰੂ ਦਾ ਬਖਸ਼ਿਆ ਕਿਰਦਾਰ, ਉਹ ਸਾਰੀਆਂ ਗੱਲਾਂ ਇੱਕ ਪਾਸੇ ਹੋ ਜਾਣ ਤੇ ਸਾਡੇ ਕੋਲ ਸਿਰਫ ਤੇ ਸਿਰਫ ਇੱਕ ਵਿਖਾਵਾ ਬਾਹਰੀ ਤੌਰ ਤੇ ਰਹਿ ਜਾਏ। ਐਸਾ ਨਾ ਬਣ ਜਾਏ, ਐਸਾ ਨਾ ਬਣ ਜਾਏ। ਕਿਉਂਕਿ ਇੱਕ ਸ਼ਲੋਕ ਪਿੱਛੇ ਆਪਾਂ ਹੋਰ ਵੀ ਪੜ੍ਹਿਆ, ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਓਡ ਓਡ ਰਾਵਾ ਝਾਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ। ਜਦੋਂ ਵੀ ਕੋਈ ਚੀਜ਼ ਸ਼ੁਰੂ ਹੁੰਦੀ ਹੈ ਨਾ, ਉਹਦੀ ਕੋਈ ਲੋੜ ਹੁੰਦੀ ਆ, ਉਹਦੇ ਪਿੱਛੇ ਕੋਈ ਤੱਤ ਕੰਮ ਕਰਦਾ ਹੁੰਦਾ ਹੈ, ਉਹਦੇ ਪਿੱਛੇ ਕੋਈ ਸਿਧਾਂਤ ਕੰਮ ਕਰਦਾ ਹੁੰਦਾ ਹੈ। ਜਿਵੇਂ ਜਿਵੇਂ ਸਮਾਂ ਅੱਗੇ ਤੁਰਦਾ ਹੈ ਨਾ, ਉਹਦੇ ਵਿੱਚੋਂ ਤੱਤ, ਉਹਦੀ ਲੋੜ, ਉਹਦਾ ਸਿਧਾਂਤ ਗਾਇਬ ਹੋ ਜਾਂਦਾ ਹੈ, ਮਰ ਜਾਂਦਾ ਹੈ। ਬਾਕੀ ਫਿਰ ਧੂੜ ਮਿੱਟੀ ਰਹਿ ਜਾਂਦੀ ਹੈ ਤੇ ਰਸਮਾਂ ਰਹਿ ਜਾਂਦੀਆਂ ਨੇ। ਹੁਣ ਜਦੋਂ ਕਦੀ ਸ਼ੁਰੂ ਹੋਇਆ ਹੋਏਗਾ ਜਿਹੜਾ ਰਾਸ ਪਾਉਣ ਵਾਲਾ ਸਿਲਸਿਲਾ ਆ, ਘੁੰਗਰੂ ਬੰਨ੍ਹ ਕੇ ਨੱਚਣ ਵਾਲਾ ਸਿਲਸਿਲਾ, ਭਗਤੀ ਵਾਲਾ ਸਿਲਸਿਲਾ, ਆਖਰ ਤਾਂ ਕਿਤੇ ਸੋਚ ਕੇ ਹੀ ਸ਼ੁਰੂ ਕੀਤਾ ਨਾ ਕਿ ਇਦਾਂ ਭਗਤੀ ਹੋਏਗੀ। ਕੁਝ ਸੋਚਿਆ ਹੀ ਹੋਏਗਾ ਨਾ। ਹੋ ਸਕਦਾ ਪਹਿਲਿਆਂ ਨੇ ਬੜੇ ਸੋਚ ਸਮਝ ਕੇ ਗਿਣ ਮਿੱਥ ਕੇ ਪੈਰ ਕਦਮ ਪੁੱਟਿਆ ਹੋਵੇ, ਪਰ ਸਹਿਜੇ ਸਹਿਜੇ ਸਿਰਫ ਨੱਚਣਾ ਟੱਪਣਾ ਹੀ ਰਹਿ ਗਿਆ। ਉਹ ਜਿਹੜੀ ਰਸਮ ਭਗਤੀ ਦੇ ਨਾਂ ਤੇ ਸ਼ੁਰੂ ਹੋਈ ਸੀ, ਉਹ ਆਖਰ ਲੋਕਾਂ ਦੇ ਹੱਸਣ ਦਾ ਤੇ ਮਜ਼ਾਕ ਦਾ ਕਾਰਨ ਬਣ ਕੇ ਰਹਿ ਗਈ। ਵਿੱਚੋਂ ਬਾਕੀ ਸਾਰੀਆਂ ਗੱਲਾਂ ਉੱਡ ਗਈਆਂ। ਸਿਰ 'ਚ ਘਟਾ ਪਿਆ, ਵੇਖਿਆ ਲੋਕ ਹੱਸੈ ਕਰ ਜਾਏ। ਮਜ਼ਾਕ ਚੀਜ਼ਾਂ ਉਦੋਂ ਬਣ ਜਾਂਦੀਆਂ ਨੇ, ਸਿਧਾਂਤ ਹੱਸਣ ਦਾ, ਮਜ਼ਾਕ ਦਾ ਕਾਰਨ ਉਦੋਂ ਬਣ ਜਾਂਦੇ ਆ ਜਦੋਂ ਉਹਦੀ ਰੂਹ ਵਿੱਚੋਂ ਮਰ ਜਾਂਦੀ ਆ। ਰੂਹ ਨਾ ਮਰ ਜਾਏ। ਸਤਿਗੁਰੂ ਨੇ ਬੜਾ ਕੁਝ ਸਾਡੇ ਪੱਲੇ ਪਾਇਆ, ਬੜੀਆਂ ਗੱਲਾਂ, ਬੜੇ ਕੁਰਬਾਨੀਆਂ ਤੋਂ ਬਾਅਦ, ਬੜੇ ਮੁਸ਼ਕਲਾਂ ਦੇ ਸਮੇਂ ਵਿੱਚ ਦੀ ਲੰਘ ਕੇ ਸਤਿਗੁਰੂ ਨੇ ਸਾਨੂੰ ਬੜੀ ਮਿਹਨਤ ਨਾਲ ਬਹੁਤ ਕੀਮਤੀ ਖਜ਼ਾਨਾ ਜਿਹੜਾ ਉਹ ਦਿੱਤਾ ਆ। ਇਹਨੂੰ ਐਵੇਂ ਨਾ ਗਵਾ ਲਈਏ, ਐਵੇਂ ਨਾ ਸੁੱਟੀਏ, ਅਵੇਸਲੇ ਨਾ ਹੋਈਏ। ਆਓ ਅਸੀਂ ਇੱਧਰ ਦੇਖਣ ਦਾ ਯਤਨ ਕਰਦੇ ਹਾਂ। ਮਹਾਰਾਜ ਨੇ ਆਖਿਆ ਦਇਆ ਕਪਾਹ, ਮਨੁੱਖ ਦੀ ਜ਼ਿੰਦਗੀ 'ਚ ਦਇਆ ਹੋਵੇ, ਸੰਤੋਖ, ਸੂਤ, ਕਪਾਹ ਤੋਂ ਕੱਤਿਆ ਹੋਇਆ ਸੂਤ ਜਿਹੜਾ ਚਰਖੇ ਦੇ ਰਾਹੀਂ ਕੱਤਿਆ ਜਾਂਦਾ, ਧਾਗਾ। ਸਤਿਗੁਰੂ ਨੇ ਪਹਿਲਾ ਦਿੱਤਾ ਦਇਆ, ਦੂਜਾ ਦਿੱਤਾ ਸੰਤੋਖ, ਤੀਜਾ ਦਿੱਤਾ ਜਤ। ਜਤ ਦਾ ਅਰਥ ਹੈ ਕਿਰਦਾਰ। ਆਪਣੇ ਇੰਦਰੀਆਂ ਤੇ, ਆਪਣੇ ਜੀਵਨ ਤੇ ਪੂਰੀ ਤਰ੍ਹਾਂ ਕਾਬੂ। 7 ਵੱਟ ਉੱਚੇ ਕਿਰਦਾਰ ਦਾ ਇਹਨੂੰ ਵੱਟ ਚਾੜ। ਇਹ ਜਨੇਊ ਜੀ ਕਾ, ਜੀ ਕਾ ਮਨ ਕਾ ਆ ਜਨੇਊ ਆ। ਪਰ ਇਹ ਤਾਂ ਪਾ ਹੀ ਨਹੀਂ ਸੀ ਰਿਹਾ, ਇਸ ਪਾਸੇ ਤੇ ਗੱਲ ਜਾ ਹੀ ਨਹੀਂ ਸੀ ਰਹੀ। ਔਰ ਜੇ ਸਾਡੀ ਵੀ ਇਸ ਪਾਸਿਓਂ ਗੱਲ ਖਲੋ ਗਈ, ਆਪਾਂ ਮੱਝ ਕੀ ਵਾਰ 'ਚ ਯਾਦ ਹੋਏਗੀ ਜੇ ਤੁਹਾਨੂੰ, ਮੱਝ ਕੀ ਵਾਰ ਦਾ ਉਹ ਸ਼ਲੋਕ, ਪਹਿਲਾ ਸੱਚ
ਉਹਦੀਆਂ ਨਮਾਜ਼ਾਂ ਦੀ ਗੱਲ ਕਰਦੇ ਆ ਵੀ ਉਹਨੂੰ ਕਿਹਾ ਸੀ ਨਾ, ਪਹਿਲਾ ਸੱਚ ਹਲਾਲ, ਦੋਏ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ। ਕਲਮਾ ਪੜ, ਕਰਨੀ ਦਾ ਕਲਮਾ ਪੜ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਫਿਰ ਕਹਿੰਦੇ ਗੱਲਾਂ ਪਿਸ਼ਤ ਨਾ ਜਾਈਏ, ਗੱਲਾਂ ਨਾਲ ਹੀ ਪਿਸ਼ਤ ਥੋੜਾ ਚਲੇ ਜਾਣਾ ਹੈ। ਪਿਸ਼ਤ ਜਾਣਾ ਠੀਕ ਹੈ, ਤੂੰ ਕਰੀ ਚੱਲ, ਪਰ ਗੱਲਾਂ ਨਾਲ ਨਹੀਂ। ਗੱਲਾਂ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ। ਤੋ ਸਤਿਗੁਰੂ ਨੇ ਕੱਲਾ ਇੱਥੇ ਬ੍ਰਾਹਮਣ ਨੂੰ ਜਾਂ ਇਸਲਾਮ ਨੂੰ ਹੀ ਨਹੀਂ, ਜਪ ਬਾਣੀ ਤੁਹਾਡੇ ਯਾਦ ਹੈ, ਮੁੰਦਾ ਸੰਤੋਖ, ਜੋਗੀ ਨੂੰ ਵੀ ਇਹੋ ਹੀ ਕਿਹਾ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਗਿਆਨ ਕੀ ਕਰੈ ਧਿਆਨ ਕੀ ਕਰੈ, ਬੇਭੂਤ ਖਿੰਥਾ ਕਾਲ, ਕੁਆਰੀ ਕਾਇਆ ਜੁਗਤ। ਉਹ ਜੁਗਤੀ ਸਿੱਖ ਜਿਹਦੇ ਨਾਲ ਤੇਰੀ ਕਾਇਆ, ਤੇਰਾ ਸਰੀਰ ਕੁਆਰਾ ਰਵੇ, ਵਿਕਾਰਾਂ ਤੋਂ ਬਚਿਆ ਰਵੇ। ਡੰਡਾ ਪ੍ਰਤੀਤ ਧਾਰਨ ਕਰ, ਵਿਸ਼ਵਾਸ ਭਰੋਸਾ, ਇਹ ਡੰਡਾ ਬਣਾ ਲਾ। ਇਹੀ ਗੱਲਾਂ ਉਹਨੂੰ ਵੀ ਕਹੀਆਂ। ਆਓ ਜੀ ਆਪਾਂ ਇਹਨੂੰ ਦੇਖਦੇ ਹਾਂ। ਨਾ ਇਹ ਟੁੱਟੈ ਨਾ ਮਲ ਲੱਗੇ। ਜਿਹੜਾ ਜੀ ਕਾ ਜਨੇਊ ਆ ਨਾ, ਇਹ ਟੁੱਟਦਾ ਨਹੀਂ, ਇਹ ਮੈਲਾ ਨਹੀਂ ਹੁੰਦਾ, ਇਹ ਖੋਇਆ ਨਹੀਂ ਜਾ ਸਕਦਾ, ਇਹ ਤੋੜਿਆ ਨਹੀਂ ਜਾ ਸਕਦਾ, ਇਹ ਲੁੱਟਿਆ ਨਹੀਂ ਜਾ ਸਕਦਾ, ਇਹ ਤਬਾਹ ਨਹੀਂ ਹੋਏਗਾ। ਇਤਿਹਾਸ ਤੁਸੀਂ ਸਾਰਾ ਪੜ੍ਹ ਕੇ ਦੇਖ ਲਓ। ਇਹ ਜੀ ਕਾ ਜਨੇਊ ਲੱਥਾ ਨਹੀਂ ਆ, ਲਾਇਆ ਨਹੀਂ ਜਾ। ਸੰਤੋਖ, ਦਇਆ, ਜਤ, ਸਤ ਕਿਸੇ ਦੇ ਜੀਵਨ ਚੋਂ ਕੱਢੇ ਨਹੀਂ ਜਾ ਸਕੇ, ਜਿੰਨਾ ਮਰਜ਼ੀ ਜ਼ੋਰ ਲੱਗ ਗਿਆ। ਧੰਨ ਸੋ ਮਾਨਸ ਨਾਨਕਾ, ਉਹ ਮਨੁੱਖ ਧੰਨ ਆ, ਧੰਤਾ ਜੋ ਗਿਆ। ਮਤਲਬ ਜੇ ਇਸ ਪਾਸੇ ਨੂੰ ਤੁਰਦੇ ਆ ਤੇ ਗੁਰੂ ਨੇ ਵੇਖੋ ਵਡਿਆਈ ਕਿੰਨੀ ਦੇਤੀ। ਜਿਹੜੇ ਸਤਿਗੁਰੂ ਇੱਕ ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ ਸਿਖਾਉਂਦੇ ਹੀ ਨਹੀਂ, ਆਪ ਹੀ ਕਹਿੰਦੇ ਨੇ ਧੰਨ ਸੋ ਮਾਨਸ। ਉਹ ਮਨੁੱਖ ਵੀ ਧੰਨ ਆ ਜਿਹੜਾ ਇਸ ਰਾਹ ਤੇ ਆ ਗਿਆ, ਜੋ ਗਲ ਚੱਲੇ ਪਾਏ, ਜਿਨ੍ਹਾਂ ਨੇ ਗਲ ਪਾ ਲਿਆ। ਹਾਂਜੀ। ਚੌਂਕੜ ਮੁੱਲ ਅਨਾਇਆ, ਬੈ ਚੌਂਕੈ ਪਾਇਆ। ਚਾਰ ਕੌਡੀਆਂ ਦਾ ਮੁੱਲ ਲਿਆ ਕੇ, ਚਾਰ ਕੌਡੀਆਂ ਦਾ ਮੁੱਲ ਲਿਆ ਕੇ, ਧਾਗਾ ਖਰੀਦ ਕੇ, ਚੌਕੜ ਮੁੱਲ ਅਣਾਇਆ, ਅਣਾਇਆ ਤੇ ਕੀ ਕੀਤਾ? ਬਹਿ ਚੌਂਕੇ ਪਾਇਆ। ਜਿਹੜਾ ਉਹ ਥਾਂ ਲਿਪ ਪੋਚ ਕੇ ਤਿਆਰ ਸਪੈਸ਼ਲ ਕੀਤਾ ਵੀ ਇੱਥੇ ਬੈਠ ਕੇ ਮੰਤਰ ਪੜ੍ਹੇ ਜਾਣਗੇ, ਇੱਥੇ ਜਨੇਊ ਪਾਇਆ ਜਾਏ, ਉਹ ਥਾਂ ਜਿਹਦੇ 'ਚ ਕਿਸੇ ਗੈਰ ਦਾ ਪੈਰ ਨਹੀਂ ਪੈਣਾ, ਜਿਹਦੇ 'ਚ ਕਿਸੇ ਉਸ ਮਨੁੱਖ ਦਾ ਪੈਰ ਨਹੀਂ ਪੈਣਾ ਜਿਹੜਾ ਪਿੱਟਿਆ ਹੋਇਆ, ਜਿਹੜਾ ਮਾੜਾ ਨੀਵੀਂ ਜਾਤ ਦਾ ਆ, ਜਿੱਥੇ ਕਿਸੇ ਵੀ ਗੈਰ ਦਾ ਪੈਰ ਨਹੀਂ ਪੈਣਾ। ਹਾਂਜੀ। ਸਿੱਖਾ ਕੰਨ ਚੜਾਈ ਆ, ਕੰਨ ਵਿੱਚ ਸਿੱਖਿਆ ਚਾੜ ਦਿੱਤੀ। ਚਾਰ ਕੌਡੀਆਂ ਦਾ ਮੁੱਲ ਲਿਆਂਦਾ, ਚੌਂਕੇ 'ਚ ਬਹਿ ਕੇ ਪਾਇਆ ਤੇ ਸਿੱਖਿਆ ਕੰਨ 'ਚ ਚਾੜ ਦਿੱਤੀ, ਕੰਨ 'ਚ ਸਿੱਖਿਆ ਦਿੱਤੀ ਕਿ ਗੁਰ ਬ੍ਰਾਹਮਣ ਥਿਆ। ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ, ਆਪਣੇ ਗੁਰੂ ਦੇ ਆਖੇ ਲੱਗਣਾ ਹੈ, ਬ੍ਰਾਹਮਣ ਗੁਰੂ ਦੇ ਆਖੇ ਚੱਲਣਾ ਹੈ, ਬ੍ਰਾਹਮਣ ਗੁਰੂ ਦੀ ਮਰਜ਼ਾਦਾ ਵਿੱਚ ਰਹਿਣਾ ਹੈ। ਇਹ ਸਿੱਖਿਆ ਕੰਨ ਵਿੱਚ ਦੇ ਦਿੱਤੀ ਗਈ, ਇਹ ਸਿੱਖਿਆ ਦ੍ਰਿੜ ਕਰਵਾ ਦਿੱਤੀ ਗਈ ਜੀ। ਉਹ ਮੂਆ ਉਹ ਝੜ ਪਿਆ, ਬੇਤਗਾ ਗਿਆ। ਬੰਦਾ ਮਰ ਗਿਆ, ਸੰਸਕਾਰ ਹੋ ਗਿਆ, ਨਾਲ ਹੀ ਉਹਦਾ ਜਨੇਊ ਝੜ ਗਿਆ। ਵੇ ਤੱਗਾ ਗਿਆ, ਬੰਦੇ ਕੋਲ ਕੀ ਹੈ? ਇੱਥੋਂ ਕਹਾਣੀ ਤੁਹਾਡੀ ਸ਼ੁਰੂ ਹੋਈ, ਇੱਥੇ ਹੀ ਖਤਮ ਹੋ ਗਈ। ਹੁਣ ਅੱਗੇ ਪਤਾ ਲੱਗੇਗਾ ਕਿ ਬੇਤੱਗਾ ਕਿਉਂ ਕਿਹਾ ਮਹਾਰਾਜ ਨੇ। ਹਾਂਜੀ। ਮਹਿਲਾ ਪਹਿਲਾ, ਲੱਖ ਚੋਰੀਆਂ ਲੱਖ ਜਾਰੀਆਂ,
ਲੱਖ ਕੂੜੀਆਂ ਲੱਖ ਗਾਲ, ਗਾਲ। ਲੱਖ ਕੂੜੀਆਂ ਲੱਖ ਗਾਲ। ਬਾਬਾ ਜੀ ਨੇ ਜਦੋਂ ਉਹਦੇ ਨਾਲ ਜਨੇਊ ਦੀ ਚਰਚਾ ਛੇੜੀ ਤੇ ਉਹਨੂੰ ਪੁੱਛਿਆ ਸੀ ਦੂਜਾ ਸਵਾਲ, ਕਿਉਂ ਪਾਉਣਾ ਹੈ? ਕਹਿੰਦਾ ਜਨੇਊ ਪਾਇਆ ਜਾਵੇ ਤੇ ਬੰਦਾ ਧਰਮੀ ਹੋ ਜਾਂਦਾ ਹੈ। ਤੇ ਸਤਿਗੁਰੂ ਪੁੱਛਿਆ, ਸੱਚੀ ਜੋ ਕਹਿ ਰਿਹਾ ਠੀਕ ਹੈ? ਬੰਦਾ ਧਰਮੀ ਹੋ ਜਾਂਦਾ ਹੈ ਇਹਦੇ ਪਾਉਣ ਨਾਲ? ਓਕੇ, ਜੇ ਬੰਦਾ ਇਹਦੇ ਪਾਉਣ ਨਾਲ ਧਰਮੀ ਹੋ ਜਾਂਦਾ ਹੈ ਤੇ ਆ ਜੋ ਕੁਛ ਇਹ ਜੀਵਨ 'ਚ ਹੀ ਰਹਿੰਦਾ ਹੈ ਜਾਂ ਨਿਕਲ ਜਾਂਦਾ ਹੈ? ਲੱਖ ਚੋਰੀਆਂ, 1 2 3 4 ਨਹੀਂ, ਲੱਖ। ਕਿੰਨੇ ਲੱਖ ਹੈ? ਵਾਧੂ। ਲੱਖ ਜਾਰੀਆਂ, ਮੰਦੇ ਸੰਬੰਧ, ਲੱਖ ਕੂੜੀਆਂ ਲੱਖ ਗਾਲ। ਇਹ ਸਾਰਾ ਕੁਝ ਹੈਗਾ ਨਾ? ਹਾਂਜੀ। ਲੱਖ ਠਗੀਆਂ ਪਹਿਨਾਮੀਆਂ, ਉਹ ਠੱਗੀਆਂ ਜਿਹੜੀਆਂ ਪਹਿਨਾਮੀਆਂ, ਭਾਵ ਜਿਹੜੀਆਂ ਛੁਪਾ ਕੇ ਕੀਤੀਆਂ ਹੋਈਆਂ, ਲੁਕਾ ਕੇ ਕੀਤੀਆਂ ਹੋਈਆਂ, ਜਿਹੜੀਆਂ ਪਰਦੇ ਹੇਠ ਹੈ। ਲੱਖ ਠੱਗੀਆਂ ਪਹਿਨਾਮੀਆਂ, ਪਹਿਨਾਮੀਆਂ ਠੱਗੀਆਂ ਜਿਹੜੀਆਂ ਲੁਕਾ ਕੇ ਢੱਕ ਕੇ ਪਰਦੇ ਹੇਠ ਰੱਖ ਕੇ ਕੀਤੀਆਂ ਹੋਈਆਂ। ਹਾਂਜੀ। ਰਾਤ ਦਿਨ ਸਜੀ ਨਾਲ, ਮੋਢੇ ਉੱਤੇ ਜਨੇਊ। ਤੇ ਆ ਸਾਰਾ ਕੁਝ ਕੀ ਆ? ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ। ਆ ਤਾਂ ਮਨ ਦੇ ਨਾਲ ਹੀ ਸਾਰਾ ਕੁਝ ਤੁਰਿਆ ਫਿਰਦਾ ਹੈ। ਇਹ ਤਾਂ ਸਾਰਾ ਕੁਝ ਮਨ ਦੇ ਨਾਲ ਹੀ ਤੁਰਿਆ ਫਿਰਦਾ ਹੈ। ਇੱਕ ਗੱਲ ਹੋਰ ਵੇਖੋ, ਗੁਰੂ ਅਰਜਨ ਸਾਹਿਬ ਜੀ ਦੇ ਟਾਈਮ ਤੇ ਭਾਈ ਮੰਝ ਜੀ ਦਾ ਜ਼ਿਕਰ ਆਉਂਦਾ ਹੈ ਤੇ ਭਾਈ ਮੰਝ ਜੀ ਨੇ ਪ੍ਰਭਾਵਿਤ ਹੁੰਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਮੈਂ ਬੜਾ ਖੁਸ਼ ਹਾਂ, ਭਾਗਾਂ ਵਾਲਾ ਮੰਨਦਾ ਹਾਂ, ਸਿੱਖੀ ਦੀ ਦਾਤ ਮੈਨੂੰ ਵੀ ਬਖਸ਼ ਦਿਓ। ਪਰ ਮਹਾਰਾਜ ਨੇ ਇੱਕੋ ਹੀ ਲਫ਼ਜ਼ ਕਿਹਾ ਸੀ, ਭਾਈ ਮੰਝ ਜੀ ਸਦਕੇ ਜੀ ਆਇਆਂ ਨੂੰ। ਪਰ ਇੱਕ ਗੱਲ ਧਿਆਨ 'ਚ ਰੱਖ, ਜਿਹੜੀ ਗੱਲ ਤੂੰ ਕਰ ਰਿਹਾ ਨਾ, ਸਿੱਖੀ ਦੀ ਦਾਤ ਬਖਸ਼ੋ, ਧਿਆਨ ਨਾਲ ਸੁਣ ਲਈ। ਸਿੱਖੀ ਉੱਤੇ ਸਿੱਖੀ, ਜੋ ਤੂੰ ਮਨ ਕਰਕੇ ਪਹਿਲਾਂ ਮੰਨ ਰਿਹਾ ਨਾ, ਪਹਿਲਾਂ ਉਹ ਛੱਡ ਲਾ। ਦੋ ਬੇੜੀਆਂ 'ਚ ਥੋੜੇ ਪੈਰ ਰੱਖਿਆ ਜਾਏਗਾ ਨਾ, ਉਹਨੂੰ ਛੱਡ ਲਾ। ਕੋਈ ਗੱਲ ਨਹੀਂ, ਹੈਗਾ ਸਮਾਂ। ਪਰ ਭਾਈ ਮੰਝ ਇਹ ਸੁਣਦਿਆਂ ਹੀ ਸਮਝ ਲਓ ਕਿ ਫੈਸਲਾ ਕਰ ਹੀ ਗਿਆ ਸੀ ਕਿ ਜੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਤੇ ਫਿਰ ਇੱਕੋ ਹੀ ਰੱਖਣੀ ਹੈ, ਤੇ ਉਹ ਗੁਰੂ ਅਰਜਨ ਸਾਹਿਬ ਜੀ ਕੋਲੋਂ ਲੈਣੀ ਆ ਤੇ ਪਹਿਲੇ ਛੱਡਣੀ ਆ। ਤੇ ਆਪਾਂ ਅੱਗੇ ਪੜਾਂਗੇ, ਵਸਤੂ ਅੰਦਰ, ਵਸਤੂ ਵਿੱਚ ਵਸਤੂ, ਭਾਂਡੇ ਵਿੱਚ ਵਸਤੂ ਪੈ ਸਕਦੀ ਆ ਜੇ ਦੂਜੀ ਹੋਵੇ ਪਾਸ। ਜਿਹੜੀ ਪਹਿਲਾਂ ਪਾਈ ਹੋਈ ਆ ਉਹ ਪਾਸੇ ਹੋਏਗੀ ਤੇ ਭਾਂਡੇ 'ਚ ਦੂਜੀ ਵਸਤੂ ਤਾਂ ਹੀ ਪਏਗੀ ਨਾ। ਸਤਿਗੁਰੂ ਕਹਿੰਦੇ ਰਾਤ ਦਿਨ ਜੀ ਨਾਲ, ਰਾਤ ਦਿਨ ਜੀ ਦੇ ਨਾਲ, ਮਨ ਦੇ ਨਾਲ ਆ ਸਾਰਾ ਕੁਝ ਬੈਠਾ ਹੋਇਆ। ਮੋਢੇ ਤੇ ਪਾਇਆ ਜਨੇਊ ਕੀ ਕਰੂਗਾ?
ਡਰਾਈਵਰ ਰੱਥ ਦਾ, ਗੱਡੀ ਦਾ ਆ ਝੋਲੇ ਭਰ ਕੇ ਮੋਢੇ ਤੇ ਲਟਕਾਈ ਫਿਰਦਾ ਸਾਰਾ ਕੁਝ। ਅਸਮਾਨ ਉਹਦੇ ਕੋਲ ਵਾਧੂ ਆ, ਬਰੂਦ ਵਾਧੂ ਆ ਤਬਾਹ ਹੋਣ ਲਈ, ਮੋਢੇ ਤੇ ਪਾਇਆ ਜਨੇਊ, ਕੀ ਕਰੂਗਾ ਹੁਣ? ਹਾਂਜੀ। ਅਗ ਕਪਾਹੋਂ ਕੱਤੀਐ ਬਾਮਣ ਵੱਡੇ ਆਏ। ਕਪਾਹ ਤੋਂ, ਕਪਾਹੋਂ, ਕਪਾਹ ਤੋਂ ਧਾਗਾ ਕੱਤਿਆ ਜਾ ਰਿਹਾ ਹੈ, ਧਾਗੇ ਨੂੰ ਵੱਟ ਬਾਹਮਣ ਚਾੜ ਰਿਹਾ ਹੈ, ਜਨੇਊ ਤਿਆਰ ਕਰ ਰਿਹਾ ਹੈ। ਬਸ ਰਸਮ ਪੂਰਤੀ ਹੋ ਰਹੀ ਆ ਨਾਲ। ਫਿਰ ਜਦੋਂ ਹੁਣ ਐਡਾ ਵੱਡਾ ਇਹ ਧਾਰਮਿਕ ਕੰਮ ਹੋਵੇ, ਜਦੋਂ ਏਡੀ ਵੱਡੀ ਗੱਲ ਖੁਸ਼ੀ ਵਾਲੀ ਹੋਵੇ, ਤੇ ਫਿਰ ਉੱਥੇ ਖਾਣ ਪੀਣ ਨਾ ਹੋਵੇ, ਕਿਵੇਂ ਹੋ ਸਕਦਾ? ਕੋ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ। ਭਾਈਚਾਰੇ ਨੂੰ ਚੰਗਾ ਰੋਟੀ ਪਾਣੀ ਸਭ ਖਵਾ ਦਿੱਤਾ ਗਿਆ। ਸਭ ਕੋ ਆਖੇ, ਸਾਰੇ ਹੀ ਕਹਿੰਦੇ ਨੇ ਵਾਹ 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 ਵਾਹ, ਜਨੇਊ ਪਾਇਆ ਜੀ, ਵਧਾਈ ਹੋਵੇ, ਵਧਾਈ ਹੋਵੇ, ਤੁਹਾਨੂੰ ਮੁਬਾਰਕਾਂ ਹੋਣ, ਲੰਮੀਆਂ ਉਮਰਾਂ ਹੋਣ, ਵਾਹ ਵਾਹ ਵਾਹ। ਬੜੀ ਖੁਸ਼ੀ ਹੋਈ ਕਾਕੇ ਨੇ ਜਨੇਊ ਪਾਇਆ, ਇਹੀ ਕੁਛ ਕਹਿੰਦੇ ਨੇ ਨਾ। ਸਤਿਗੁਰੂ ਕਹਿੰਦੇ ਸਾਰੇ ਬਸ ਇੰਨਾ ਕਹਿ ਕੇ ਤੁਰ ਜਾਂਦੇ ਨੇ, ਖਾ ਪੀ ਕੇ ਨਿਕਲ ਜਾਂਦੇ ਨੇ, ਇੱਥੋਂ ਤੱਕ ਹੀ ਰਹਿ ਗਿਆ ਜੀ। ਉਹ ਬੱਕਰਾ ਰਿੰਨ ਖਾਇਆ ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁੱਟੀਐ ਧੀ ਫਿਰ ਪਾਈਐ ਹੋਰ। ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ। ਹਾਂ, ਜੇ ਧਾਗਾ ਪੁਰਾਣਾ ਹੋ ਜੇ ਉਹ ਸੁੱਟ ਦਿੱਤਾ ਜਾਂਦਾ ਹੈ, ਨਵਾਂ ਲੈ ਕੇ ਫਿਰ ਪਾ ਲਿਆ ਜਾਂਦਾ ਹੈ। ਧੀ ਫਿਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ। ਹੈ ਨਾਨਕ, ਧਾਗਾ ਨਹੀਂ ਟੁੱਟਦਾ ਜੇ ਧਾਗੇ 'ਚ ਜ਼ੋਰ ਹੋਵੇ। ਜਾਨੀ ਦਇਆ, ਕਪਾਹ, ਸੰਤੋਖ, ਸੂਤ ਵਾਲਾ ਪਾਇਆ ਹੋਵੇ, ਉਹ ਟੁੱਟਦਾ ਨਹੀਂ ਆ, ਉਹ ਟੁੱਟਦਾ ਨਹੀਂ। ਇਹ ਤਾਂ ਜਿਹੜਾ ਕੱਲਾ ਮੋਢੇ ਤੇ ਪਾਇਆ, ਇਹ ਤਾਂ ਪੁਰਾਣਾ ਹੁੰਦਾ ਰਹੇਗਾ, ਮੈਲਾ ਹੁੰਦਾ ਰਹੇਗਾ, ਟੁੱਟਦਾ ਰਹੇਗਾ, ਨਵਾਂ ਖਰੀਦਿਆ ਜਾਏਗਾ, ਫਿਰ ਟੁੱਟ ਜਾਏਗਾ, ਇਹ ਤੇ ਚੱਲਦਾ ਰਹੇਗਾ ਜੀ। ਮਹਿਲਾ ਪਹਿਲਾ ਨਾਏ ਮੰਨਿਐ ਪਤ ਉਪਜੈ। ਸਾਲਾਹੀ ਸਚ ਸੂਤ ਦਰਗਾਹ ਅੰਦਰ ਪਾਈਐ। ਤਗ ਨ ਟੂਟ ਸਪੂਤ। ਮਹਿਲਾ ਪਹਿਲਾ ਤਗ ਨ ਇੰਦਰੀ ਤਗ ਨ ਨਾਰੀ। ਭਲਕੇ ਸੁਖ ਪਵੈ ਨਿਤ ਦਾੜੀ। ਤਗ ਨ ਪੈਰੀ ਤਗ ਨ ਹੱਥੀ। ਤਗ ਨ ਜਿਹਵਾ ਤਗ ਨ ਅੱਖੀ। ਬੇਤਗਾ ਆਪੇ ਵਰਤੈ ਵਟ ਧਾਗੇ ਅਬਰਾ ਕਤੈ। ਲੈ ਪਹਾੜ ਕਰੇ ਬੀਆ ਕੱਢ ਕਾਗਲ ਦਸੇਰਾ। ਸੁਣ ਵੇਖੋ ਲੋਕਾ ਇਹ ਵਿਡਾਣ। ਮਨ ਅੰਦਾ ਨਾਉ ਸੁਜਾਨ। ਸਤਿਗੁਰੂ ਕਹਿੰਦੇ ਜਨੇਊ ਮੋਢੇ ਤੇ ਪਾ ਲਿਆ, ਬਾਹਮਣ ਨੇ ਪਾ ਦਿੱਤਾ, ਰਸਮ ਪੂਰੀ ਹੋ ਗਈ। ਪਰ ਇਸ ਧਾਗੇ ਦਾ ਨਾ ਇੰਦਰੀਆਂ ਨੂੰ ਕੋਈ ਫਰਕ ਪਿਆ, ਅਸਰ ਹੋਇਆ, ਨਾ ਤੇਰੇ ਸਰੀਰ ਦੀਆਂ ਨਾੜੀਆਂ ਨੂੰ ਕੋਈ ਅਸਰ ਹੋਇਆ। ਭਲਕੇ ਥੁੱਕ ਪਵੈ ਨਿਤ ਦਾੜੀ। ਦਾੜੀ ਦਾ ਅਰਥ ਹੈ ਤੇਰੀ ਇੱਜ਼ਤ ਉੱਤੇ ਥੂ ਥੂ ਹੁੰਦੀ ਰਹੇਗੀ। ਤੇਰੀ ਇੱਜ਼ਤ ਤੇ ਹਰ ਪਾਸਿਓਂ ਥੂ ਥੂ ਹੁੰਦੀ ਰਹੇਗੀ, ਕਿਉਂਕਿ ਬੁਰਾਈਆਂ ਜੀਵਨ ਚੋਂ ਗਈਆਂ ਨਹੀਂ। ਤਗ ਨਾ ਪੈਰੀ ਤਗ ਨਾ ਹੱਥੀ। ਨਾ ਤੇਰੇ ਪੈਰਾਂ ਨੂੰ ਇਹ ਧਾਗਾ ਪਿਆ, ਨਾ ਇਹ ਧਾਗਾ ਤੇਰੇ ਹੱਥਾਂ ਨੂੰ ਪਿਆ, ਨਾ ਜ਼ੁਬਾਨ ਨੂੰ ਪਿਆ, ਨਾ ਅੱਖਾਂ ਨੂੰ ਪਿਆ। ਜ਼ਬਾਨ ਵੀ ਉਹ ਕੂੜ ਬੋਲਦੀ ਹੈ, ਕੰਨ ਉਹ ਕੂੜ ਸੁਣਦੇ ਨੇ, ਅੱਖਾਂ ਉਹੋ ਹੀ ਸਭ ਕੂੜ ਕਬਾੜ ਦੇਖੀ ਜਾ ਰਹੀਆਂ ਨੇ। ਧਾਗੇ ਪਾਏ ਦਾ ਕੀ ਫਾਇਦਾ ਹੋਇਆ? ਥੋੜਾ ਫਰਕ ਪੈਣਾ ਚਾਹੀਦਾ ਸੀ ਨਾ।
ਲੱਗਣਾ ਚਾਹੀਦਾ ਸੀ ਨਾ ਕਿ ਕੁਝ ਬਦਲ ਗਿਆ, ਨਹੀਂ ਬਦਲਿਆ। ਬਿਨਾਂ ਧਾਗੇ ਤੋਂ ਵੀ ਆਹੀ ਕੁਝ ਹੋ ਰਿਹਾ ਹੈ, ਬਿਨਾਂ ਧਾਗੇ ਤੋਂ ਵੀ ਆਹੀ ਕੁਝ ਹੋ ਰਿਹਾ ਹੈ, ਤੇ ਧਾਗਾ ਪਾ ਕੇ ਵੀ ਆਹੀ ਕੁਝ ਹੋ ਰਿਹਾ ਹੈ। ਫਿਰ ਫਰਕ ਕੀ ਪਿਆ? ਫਿਰ ਕੀਤਾ ਕੀ? ਔਰ ਇੱਕ ਗੱਲ ਨੋਟ ਰੱਖਿਓ, ਜਦੋਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹੋਗੇ, ਫਿਰ ਇਤਿਹਾਸ ਵੱਲ ਦੇਖੋਗੇ, ਦੁਨੀਆਦਾਰੀ ਦੇ ਇਸ ਸਾਰੇ ਸਿਲਸਿਲੇ ਦੇ ਅੰਦਰ ਬਹੁਤੇ ਲੋਕਾਂ ਦਾ ਜ਼ੋਰ ਸਰੀਰ ਨੂੰ ਧਰਮੀ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਧਰਮੀ ਬਣਾਉਣ ਤੇ। ਸਰੀਰ ਧਰਮੀ ਹੋ ਜਾਏ, ਧਰਮ ਸਰੀਰ ਤੇ ਲੱਦਿਆ ਜਾਏ। ਕੋਈ ਜੰਗਲਾਂ 'ਚ ਬੈਠਾ ਹੈ, ਕੋਈ ਭੁੱਖਾ ਬੈਠਾ ਹੈ, ਕੋਈ ਪੁੱਠਾ ਲਟਕ ਰਿਹਾ ਹੈ, ਕੋਈ ਠੰਡੇ ਪਾਣੀ ਬਰਫ਼ ਵਿੱਚ ਲੇਟ ਰਿਹਾ ਹੈ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸੀ ਨਾ, ਗ੍ਰੇ ਤਜ ਬਾਨਖੰਡ ਜਾਈਏ, ਘਰ ਛੱਡ ਕੇ ਜੰਗਲ ਵਿੱਚ ਚਲੇ ਗਏ, ਜੰਗਲ ਦੇ ਟੋਟੇ 'ਚ ਜਾ ਬੈਠੇ। ਗ੍ਰੇ ਤਜ ਬਾਨਖੰਡ ਜਾਈਏ, ਚੁਣ ਖਾਈਏ ਕੰਦਾ, ਜੜਾਂ ਪੱਤੇ ਖਾਦੇ। ਚੰਗੀ ਖੁਰਾਕ ਛੱਡ ਦਿੱਤੀ, ਸਰੀਰ ਕਮਜ਼ੋਰ ਹੋਵੇ। ਜਿੰਨਾ ਸਰੀਰ ਕਮਜ਼ੋਰ ਹੋਏਗਾ ਓਨੇ ਵਿਕਾਰ ਇਹਦੇ ਤੇ ਹਾਵੀ ਨਹੀਂ ਹੋਣਗੇ। ਸਰੀਰ ਕਮਜ਼ੋਰ ਹੋ ਜਾਏ। ਪਰ ਕਬੀਰ ਸਾਹਿਬ ਕਹਿੰਦੇ ਨੇ, ਅਜੋਂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਪਾਪੀ ਮਨ ਮੰਦੇ ਦਾ ਮੰਦਾ ਹੀ ਰਿਹਾ, ਵਿਕਾਰ ਇਹਨੇ ਛੱਡੇ ਹੀ ਨਹੀਂ। ਕਬੀਰ, ਵੈਸ਼ਨੋ ਹੁਆ ਤਾਂ ਕਿਆ ਭਇਆ। ਜੇ ਤੂੰ ਰੱਬ ਦਾ ਭਗਤ ਅਖਵਾਉਣ ਲੱਗ ਗਿਆ, ਕੀ ਹੋ ਗਿਆ? ਕਬੀਰ, ਵੈਸ਼ਨੋ ਹੁਆ ਤਾਂ ਕਿਆ ਭਇਆ, ਮਾਲਾ ਮੇਲੀ ਚਾਰ। ਚਾਰ ਮਾਲਾ, ਸੁੰਦਰ ਮਾਲਾ ਤੂੰ ਆਪਣੇ ਗਲੇ 'ਚ ਪਾ ਲਈਆਂ, ਬਾਹਰ ਕੰਚਨ 12। ਬਾਹਰ ਤਾਂ 12 ਵੰਨੀਆਂ ਦਾ ਸ਼ੁੱਧ ਸੋਨਾ ਦਿਖਾਈ ਦੇਣ ਲੱਗ ਗਿਆ, ਪਰ ਭੀਤਰ ਭਰੀ ਭੰਗਾਰ। ਅੰਦਰ ਤਾਂ ਕਬਾੜ ਹੀ ਭਰਿਆ ਪਿਆ ਨਾ। ਬਾਹਰ ਦੇ ਸ਼ੁੱਧ ਸੋਨੇ ਦਾ ਕੀ ਕਰਨਾ ਜੇ ਅੰਦਰ ਭੰਗਾਰ ਭਰੀ ਪਈ ਆ। ਔਰ ਕੱਲਾ ਇੱਥੇ ਸ਼ਲੋਕਾਂ 'ਚ ਨਹੀਂ, ਤੁਸੀਂ ਸਾਰੀ ਬਾਣੀ 'ਚ ਧਿਆਨ ਨਾਲ ਗੌਰ ਨਾਲ ਦੇਖਦੇ ਜਾਓ। ਬਹੁਤ ਕੁਝ ਸਤਿਗੁਰੂ ਨੇ, ਹੋਰ ਵੀ ਭਗਤ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ ਬਹੁਤ ਕੁਝ ਐਸਾ ਰੱਖਿਆ। ਯਾਨੀ ਕੁੱਲ ਮਿਲਾ ਕੇ ਅਸੀਂ ਇਸ ਨਤੀਜੇ ਤੇ ਆਉਣਾ ਚਾਹੁੰਦੇ ਹਾਂ, ਸਾਡਾ ਮਨ ਉਸ ਕਰਮ ਵਿੱਚ ਸ਼ਾਮਲ ਹੋ ਜਾਏ, ਸਾਡਾ ਮਨ ਮੰਨ ਜਾਏ ਤੇ ਗੱਲ ਬਣਦੀ ਆ। ਜੇ ਮਨ ਨਹੀਂ ਮੰਨਦਾ ਤਾਂ ਸਰੀਰ ਦੀ ਕੀਤੀ ਕਿਰਿਆ ਜਿਹੜੀ ਆ ਉਹ ਸਾਨੂੰ ਧਰਮੀ ਨਹੀਂ ਬਣ ਦਿੰਦੀ। ਪੜ ਪੁਸਤਕ ਸੰਧਿਆ ਬਾਦੰ, ਸੰਧਿਆ ਕਰਨੀ, ਪੁਸਤਕ ਧਾਰਮਿਕ ਗ੍ਰੰਥ ਪੜ੍ਹਨੇ, ਬਾਦੰ ਵਿਅਰਥ, ਝਗੜਾ ਵੀ ਕਰ ਰਿਹਾ ਹੈ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ। ਬਗਲੇ ਵਾਲੀ ਸਮਾਧੀ, ਅੱਖਾਂ ਲਾ ਮੀਟ ਕੇ ਸਿਰ ਝੁਕਾ ਕੇ ਭਗਤੀ ਵੀ ਕਰ ਰਿਹਾ, ਸਮਾਧੀ ਲਾ ਰਿਹਾ। ਮੂਰਤੀ, ਸਿਲ, ਪੱਥਰ ਪੂਜ ਰਿਹਾ। ਮੁਖ ਝੂਠ, ਮੂੰਹ ਚੋਂ ਝੂਠ ਬੋਲਦਾ। ਜਿੱਦਾਂ ਗਹਿਣੇ ਸ਼ਿੰਗਾਰ ਕੇ ਘਾੜ ਕੇ ਪੇਸ਼ ਕੀਤੇ ਜਾਂਦੇ, ਇਦਾਂ ਦਾ ਝੂਠ ਬੋਲਦਾ। ਸ਼ਿੰਗਾਰ ਕੇ ਬੋਲਣਾ ਝੂਠ, ਸਵਾਰ ਕੇ ਬੋਲਣਾ ਝੂਠ। ਝੂਠ ਬੋਲਿਆ ਜਾਏ ਤੇ ਅਗਲੇ ਦੀ ਜਾਨ ਨਿਕਲ ਜਾਏ। ਸਵਾਰ ਕੇ ਸ਼ਿੰਗਾਰ ਕੇ। ਮੁਖ ਝੂਠ, ਬੇਭੂਖਣ ਸਾਰੰਗ। ਤ੍ਰੈਪਾਲ, 3 ਪਦਿਆਂ ਵਾਲਾ ਗਾਇਤਰੀ ਮੰਤਰ। ਤ੍ਰੈਪਾਲ, ਤਿਹਾਲ, 3 ਟਾਈਮ ਵਿਚਾਰੰਗ। ਗਲਮਾਲਾ, ਤਿਲਕ, ਲਿਲਾਟੰ, ਲਿਲਾਟੰ ਮੱਥਾ, ਲਿਲਾਟ ਮੱਥਾ, ਮੱਥੇ ਉੱਤੇ ਤਿਲਕ, ਗਲ ਚ ਮਾਲਾ,
ਗਲ ਮਾਲਾ ਤਿਲਕ ਲਿਲਾਟੰ ਦੋਏ ਧੋਤੀ, ਇੱਕ ਧੋਤੀ ਤੇੜ ਬੱਧੀ, ਇੱਕ ਕੋਲ ਹੋਰ ਰੱਖੀ ਜਿਹੜੀ ਸਿਰ ਤੇ ਰੱਖਣੀ ਉਹਨੇ। ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ, ਜੇ ਤੂੰ ਇਹ ਸਮਝਦਾ ਹੈ ਨਾ ਬ੍ਰਹਮੰ ਕਰਮੰ, ਇਹ ਬ੍ਰਹਮ ਦੇ ਕਰਮ ਰੱਬ ਦੇ ਕੰਮ ਆ। ਠੀਕ ਹੈ, ਸਭ ਫੋਕਟ। ਮੈਨੂੰ ਨਹੀਂ ਲੱਗਦਾ ਕਿ ਫੋਕਟ ਦੇ ਅਰਥ ਸਾਨੂੰ ਸਮਝਣਾ ਆਉਂਦੇ ਹੋਣਗੇ। ਸਭ ਫੋਕਟ ਨਾਲ ਸ਼ਬਦ ਵਰਤਿਆ ਨਿਸ਼ਚਉ ਕਰਮੰ। ਨਿਸ਼ਚਉ ਦਾ ਅਰਥ ਹੈ ਯਕੀਨਨ, ਹਰ ਹਾਲਤ ਚ ਇਹ ਫੋਕਟ ਹੈ। ਇੱਕ ਵੱਡਿਓ ਸਾਰਾ ਹੀ ਰੱਦ ਕਰ ਮਾਰਿਆ। ਆ ਜਿਹੜਾ ਅਸੀਂ ਕਈ ਵਾਰੀ ਸ਼ਰਧਾ ਦਾ ਰਾਗ ਅਲਾਪਦੇ ਆ, ਮੈਂ ਕੱਲ ਵੀ ਕਿਹਾ ਸੀ ਸ਼ਰਧਾ ਚਾਹੀਦੀ ਜ਼ਰੂਰੀ ਆ, ਅੰਨੀ ਨਾ ਹੋਵੇ। ਔਰ ਜੇ ਕੇਵਲ ਅੰਨੀ ਸ਼ਰਧਾ ਰੱਖਾਂਗੇ ਨਾ, ਅੰਨੀ ਸ਼ਰਧਾ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆ ਜਿਹੜੇ ਅੰਨੀ ਸ਼ਰਧਾ ਵਾਲੇ ਸੀਗੇ ਇਹਨਾਂ ਦਾ ਆ ਸਾਰਾ ਕੀਤਾ ਕਰਾਇਆ ਇੱਕ ਵੱਡਿਓ ਰੱਦ ਕੀਤਾ ਆ। ਆ ਵੀ ਇੱਕ ਰਸਮ ਹੋ ਰਹੀ ਆ, ਇਹ ਰਸਮ ਪੂਰਤੀ ਹੋ ਰਹੀ ਆ। ਸਤਿਗੁਰੂ ਕਹਿੰਦੇ ਫਰਕ ਪੈ ਹੀ ਨਹੀਂ ਰਿਹਾ। ਹੱਥਾਂ ਨੂੰ ਫਰਕ ਪਵੇ, ਪੈਰਾਂ ਨੂੰ ਫਰਕ ਪਵੇ, ਪੈਰ ਮੰਦੇ ਪਾਸੇ ਨਾ ਜਾਣ, ਹੱਥ ਤੁਹਾਡੇ ਪਰਾਇਆ ਵਿਗਾੜਨ, ਪਰਾਇਆ ਖੋਣ ਨਾ ਜਾਣ। ਮੇਰੇ ਖਿਆਲ ਯਾਦ ਹੋਏਗਾ ਜੀ ਸ਼ਲੋਕ ਉਦੋਂ ਮੈਂ ਨੋਟ ਵੀ ਕਰਾਇਆ ਸੀਗਾ, ਗੁਰੂ ਅੰਗਦ ਸਾਹਿਬ ਜੀ ਦਾ ਸ਼ਲੋਕ ਸੀਗਾ। ਕੀ ਸੀ ਸ਼ਲੋਕ ਦੇ ਬੋਲ ਭਲਾ? ਹਾਂਜੀ, ਅੱਖੀਂ ਬਾਝੋਂ ਵੇਖਣਾ, ਆਇਆ ਯਾਦ? ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਇਹੀ ਧਰਮ ਦੀ ਕਿਰਿਆ ਹੈ ਨਾ। ਸਭ ਤੋਂ ਅਸਲ ਪਵਿੱਤਰ ਧਰਮ ਦੀ ਡੈਫੀਨੇਸ਼ਨ ਸਾਡੇ ਕੋਲ ਇਦਾਂ ਆ। ਔਰ ਸਤਿਗੁਰੂ ਨੇ ਆਖਿਆ ਤੇਰੇ ਪੈਰਾਂ ਨੂੰ, ਹੱਥਾਂ ਨੂੰ, ਅੱਖਾਂ ਨੂੰ, ਤੇਰੀ ਜ਼ਬਾਨ ਨੂੰ, ਤੇਰੇ ਕਿਸੇ ਵੀ ਸਰੀਰ ਦੇ ਗਿਆਨ ਇੰਦਰੇ, ਕਰਮ ਇੰਦਰੇ ਨੂੰ ਇਹ ਧਾਗੇ ਦਾ ਕੋਈ ਅਸਰ ਹੈ ਹੀ ਨਹੀਂ। ਫਿਰ ਕੀ ਧਾਗਾ ਪਾਇਆ? ਕਿਉਂ ਧਾਗਾ ਪਾਇਆ? ਕੀ ਫਾਇਦਾ ਹੋਇਆ? ਹਾਂਜੀ, ਔੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ, ਜਿਸਨੋ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨੁ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾ ਪੈਦਾ ਜਾਏ ਸੀ। ਹਾਂਜੀ, ਸ਼ੁਰੂ ਕਰੋ। ਲੋਕ ਮਹਿਲਾ ਪਹਿਲਾ, ਗੋ ਤੇਰਾ ਮਨ ਕੋ ਕਰ ਲਾਓ, ਕਹੋ ਕੋ ਕਰ ਲਾਓ। ਗੋਬਰ ਤਨ ਨਾ ਜਾਈ, ਧੋਤੀ ਟਿੱਕਾ ਤੈ ਜਗ ਮਾਲੀ। ਤਾਨ ਮਲੇ ਛਾਂ ਖਾਈ, ਅੰਤਰ ਪੂਜਾ ਪਣੇ ਦੇਵਾ। ਸੰਜਮ ਤੁਰਕਾ ਭਾਈ, ਛੋੜੀ ਲੈ ਪਾਖੰਡਾ। ਨਾਮ ਲੈ ਜਾਏ ਤਰੰਦਾ, ਪਹਿਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ਼। ਛੁਰੀ ਬਗਾਇਨ ਤਿੰਨ ਗਦ ਤਾਗ, ਤਿੰਨ ਘਰ ਬ੍ਰਾਹਮਣ, ਤਿੰਨ ਘਰ, ਤਿੰਨ ਘਰ ਬ੍ਰਾਹਮਣ ਪੂਰੇ ਨਾਦ। ਉਹਨਾਂ ਤੇ ਆਵੇ ਕੋਈ ਸਾਧ, ਕੂੜੀ ਰਾਸ ਕੂੜਾ ਵਾਪਾਰ। ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਨਾਨਕ ਕੂੜ ਰਿਆ ਭਰਪੂਰ। ਹਾਂਜੀ, ਤੁਸੀਂ ਸ਼ਲੋਕ ਦੇਖ ਰਹੇ ਹੋ। ਆਮ ਤੌਰ ਤੇ
ਸਿਰਫ ਪੜਨ ਤੱਕ ਅਸੀਂ ਸੀਮਤ ਰਹਿ ਗਏ, ਇਹਨੂੰ ਅੱਗੇ ਵਿਚਾਰਨ 'ਚ ਲੈ ਕੇ ਨਹੀਂ ਆਏ। ਸਤਿਗੁਰੂ ਜੀ ਨੇ ਬੜੇ ਤਿੱਖੇ ਕਟਾਕਸ਼ ਕੀਤੇ ਆ, ਬਹੁਤ ਤਿੱਖੇ, ਭੋਰਾ ਵੀ ਲਿਹਾਜ਼ ਨਹੀਂ। ਇਸਲਾਮ ਦਾ ਰਾਜ ਹੈ, ਖੱਤਰੀ ਐਲਕਾਰ ਹੈ। ਇਸਲਾਮ ਦੇ ਰਾਜ ਵਿੱਚ ਨਦੀਆਂ ਤੋਂ ਪਾਰ ਹੋਣ ਲੱਗਿਆਂ ਪੱਤਣਾਂ ਦੇ ਉੱਤੇ ਟੈਕਸ ਲੱਗਾ ਹੋਇਆ। ਬ੍ਰਾਹਮਣ ਨੇ ਦਾਨ ਕੀਤੀ, ਗਾਂ ਲੈ ਕੇ ਲੰਘਣਾ ਆ, ਖੱਤਰੀ ਐਲਕਾਰ ਹੈ। ਨਾ ਬ੍ਰਾਹਮਣ ਨੂੰ ਛੱਡ ਰਿਹਾ, ਨਾ ਗਾਂ ਨੂੰ ਛੱਡ ਰਿਹਾ। ਬ੍ਰਾਹਮਣ ਗੁਰੂ ਹੈ, ਗਾਂ ਉਹਦਾ ਪਵਿੱਤਰ ਪਸ਼ੂ ਹੈ। ਕਹਿੰਦਾ ਟੈਕਸ ਦਿਓ ਤੇ ਲੰਘ ਜਾਓ। ਗਊ ਬ੍ਰਾਹਮਣ ਕਉ ਕਾਰ, ਕਾਰ ਦਾ ਅਰਥ ਹੈ ਟੈਕਸ। ਕਾਰ ਲਾਵੋ, ਇਹਨਾਂ ਨੂੰ ਤੁਸੀਂ ਟੈਕਸ ਲਾ ਰਹੇ ਹੋ, ਆਪਣੇ ਗੁਰੂ ਨੂੰ ਤੇ ਆਪਣੇ ਜਿਹਨੂੰ ਪਵਿੱਤਰ ਪਸ਼ੂ ਤੁਸੀਂ ਕਹਿ ਰਹੇ ਹੋ, ਇਹਨਾਂ ਦੋਵਾਂ ਨੂੰ ਟੈਕਸ ਲਾ ਰਹੇ ਹੋ, ਨਦੀ ਤੋਂ ਲੰਘਣ ਨਹੀਂ ਦੇ ਰਹੇ। ਤੇਰੇ ਧਰਮ ਦਾ ਮਸਲਾ ਹੈ ਨਾ। ਫਿਰ ਹੁਣ ਤੂੰ ਗਾਂ ਦਾ ਗੋਹਾ, ਸੁਣਦੇ ਹੋਣੇ ਤੁਸੀਂ, ਗਊ ਮੂਤਰ ਵੀ ਪਵਿੱਤਰ ਹੈ ਨਾ, ਇਹ ਲਿਆ ਕੇ ਤੂੰ ਪੋਚਾ ਫੇਰ ਕੇ ਤੇ ਬੜੀ ਪਾਠ ਪੂਜਾ ਤੇ ਬਹੁਤ ਪਵਿੱਤਰ ਰਸਮਾਂ ਤੂੰ ਨਿਭਾ ਲੈਣਾ ਆ। ਜਦੋਂ ਤੇਰਾ ਇਹਨਾਂ ਤੇ ਭਰੋਸਾ ਵਿਸ਼ਵਾਸ ਹੈ ਹੀ ਨਹੀਂ, ਤੇਰੀ ਗੱਲਬਾਤ ਹੀ ਕੋਈ ਨਹੀਂ, ਤਾਂ ਫਿਰ ਕੱਲਾ ਗੋਹਾ ਫੇਰਨਾ, ਗੋਬਰ ਫੇਰਨਾ ਤਰ ਜਾਏਗਾ ਕੱਲੇ ਨਾਲ। ਕੱਲੇ ਗੋਹੇ ਨਾਲ ਤਾਂ ਨਹੀਂ ਤਰਨ ਲੱਗਿਆ। ਧਿਆਨ ਨਾਲ ਦੇਖਿਓ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਏ। ਕੱਲੇ ਗੋਬਰ ਨਾਲ ਥੋੜਾ ਤਰ ਜਾਣਾ ਤੂੰ। ਫਿਰ ਉਹਦੀ ਅਗਲੀ ਕਿਰਿਆ ਵੱਲ ਧਿਆਨ ਦਿਵਾਉਂਦੇ ਆ। ਧੋਤੀ, ਤੂੰ ਆਪਣੇ ਧਰਮ ਦਾ ਅੰਗ ਪਹਿਨਿਆ। ਟਿੱਕਾ ਮੱਥੇ ਤੇ ਲਾਇਆ। ਜਪਮਾਲੀ ਹੱਥ ਵਿੱਚ ਫੜੀ ਹੈ, ਗਲ 'ਚ ਵੀ ਪਾ ਲੈਂਦਾ ਹੈ। ਪਰ ਅੱਗੇ ਧਾਨ ਮਲੇਸ਼ਾਂ ਖਾਈ। ਜਿਹਨੂੰ ਤੂੰ ਮਲੇਸ਼ ਵੀ ਕਹਿ ਰਿਹਾ, ਉਥੋਂ ਪਰਾਇਆ ਹੱਕ ਲੈ ਲੈ ਕੇ, ਰਿਸ਼ਵਤਾਂ ਲੈ ਲੈ ਕੇ ਸਾਰਾ ਕੁਝ ਤੂੰ ਫਿਰ ਵੀ ਖਾ ਰਿਹਾ। ਅੰਤਰ ਪੂਜਾ, ਅੰਦਰ ਬਹਿ ਕੇ ਆਪਣੇ ਦੇਵਤਿਆਂ ਦੀ ਪੂਜਾ ਕਰਦਾ। ਪੜ੍ਹੇ ਕਿਤਾਬਾਂ, ਉਹਨਾਂ 'ਚ ਬਹਿਣਾ ਤੇ ਨਾਲ ਕਿਤਾਬਾਂ ਪੜ੍ਹੀ ਜਾਣਾ। ਅੰਦਰ ਬਹਿ ਕੇ ਕੋਈ ਕਰਦਾ ਹੈ, ਬਾਹਰ ਜਾ ਕੇ ਕੁਝ ਹੋਰ ਕਰਦਾ ਹੈ। ਇਹ ਕੀ ਕਰ ਰਿਹਾ ਹੈ? ਅਖੀਰ ਤੇ ਪਤਾ ਬਾਬਾ ਜੀ ਨੇ ਕੀ ਫੈਸਲਾ ਦਿੱਤਾ? ਛੋਡੀ ਲੈ ਪਾਖੰਡਾ, ਆ ਪਖੰਡ ਛੱਡ ਦੇ, ਨਾਮ ਲੈ। ਹਾਂ, ਨਾਮ ਲੈਣ ਨਾਲ ਹੀ ਤੂੰ ਤਰੇਂਗਾ। ਅਗਲੇ ਸ਼ਲੋਕ 'ਚ ਮਹਾਰਾਜ ਨੇ ਫਿਰ ਹੋਰ ਨਖੇੜਾ ਕੀਤਾ। ਮਹਾਰਾਜ ਕਹਿੰਦੇ ਜਿਹੜੇ ਬੰਦੇ ਖਾਂਦੇ ਆ ਨਾ, ਬੰਦੇ ਖਾਂਦੇ ਆ, ਬੰਦੇ ਖਾਣੇ ਨਮਾਜ਼ਾਂ ਪੜ੍ਹ ਰਹੇ ਆ। ਬੰਦੇ ਖਾਣੇ ਨਮਾਜ਼ਾਂ ਪੜ੍ਹ ਰਹੇ ਆ। ਜਿਨ੍ਹਾਂ ਨੇ ਦੂਜਿਆਂ ਦੀ ਛਿੱਲ ਲਾਉਣ ਲਈ ਛੁਰੀ ਫੜੀ ਹੋਈ ਆ ਨਾ, ਉਹਨਾਂ ਨੇ ਗਲਾਂ 'ਚ ਧਾਗੇ ਪਾਏ ਆ। ਖੱਤਰੀ ਛੁਰੀ ਵਗਾਇਨ, ਤਿੰਨ ਗਲ ਤਾਗ। ਧਾਗੇ ਇਹਨਾਂ ਵੀ ਪਾਏ ਪਰ ਛੁਰੀ ਫੜੀ ਆ। ਭੂਰਾ ਲਿਹਾਜ਼ ਨਹੀਂ ਕਰਦੇ, ਐਵੇਂ ਵਲ ਵਲਾਵੇਂ ਮਾਰ ਕੇ ਰਿਸ਼ਵਤਾਂ ਲੈ ਰਹੇ ਨੇ। ਇੱਕ ਸ਼ਲੋਕ ਯਾਦ ਹੋਏਗਾ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ। ਉਹਦੇ 'ਚ ਇੱਕ ਲਾਈਨ ਆਈ ਸੀ, ਜਾਏ ਜਗਾਇਨ ਬੈਠੇ ਸੁੱਤੇ। ਜਿਹੜੇ ਲੋਕ ਆਰਾਮ ਨਾਲ ਬੈਠੇ ਨੇ ਨਾ, ਉਹਨਾਂ ਨੂੰ ਵੀ ਤੰਗ ਕਰ ਰਹੇ ਆ। ਤੇਰਾ ਆ ਰਹਿ ਗਿਆ, ਤੂੰ ਆ ਕੀ ਕੀਤਾ, ਤੂੰ ਇੱਧਰ ਕਿਉਂ ਵੇਖਿਆ, ਆਹ ਟੈਕਸ ਦੇ, ਇੱਧਰ ਦੇ, ਆਹ ਜੁਰਮਾਨਾ ਲੱਗ ਗਿਆ। ਬੈਠਿਆਂ ਆਰਾਮ ਨਾਲ, ਸ਼ਾਂਤੀ ਨਾਲ ਬੈਠਿਆਂ ਲੋਕਾਂ ਨੂੰ ਵੀ ਤੰਗ ਕਰ ਰਹੇ ਆ। ਅੱਜ ਵੀ ਵੇਖ ਲਿਓ, ਇਹ ਇਕੱਲਾ ਉੱਥੇ ਨਹੀਂ ਨਿਬੜ ਗਿਆ।
ਇਹ ਅੱਜ ਵੀ ਹੋ ਰਿਹਾ। ਜੇ ਸਤਿਗੁਰੂ ਨੇ ਕਿਹਾ ਰਾਜੇ ਸ਼ੀਂ ਮੁਕੱਦਮ ਕੁੱਤੇ, ਤੇ ਉਹ ਰਾਜੇ ਸ਼ੀਂ ਤੇ ਮੁਕੱਦਮ ਕੁੱਤੇ ਮਰ ਨਹੀਂ ਗਏ। ਜੇ ਬਾਣੀ 'ਚ ਲਿਖਿਆ ਇਹਦਾ ਮਤਲਬ ਕਿ ਇਹ ਰਾਜੇ ਸ਼ੀਂ ਵੀ ਹੁੰਦੇ ਰਹਿਣਗੇ ਤੇ ਮੁਕੱਦਮ ਕੁੱਤੇ ਵੀ ਬਣਦੇ ਰਹਿਣਗੇ। ਇਹ ਨਾਲ ਨਾਲ ਹੀ ਚੱਲਦਾ ਰਹੇਗਾ। ਸਤਿਗੁਰੂ ਕਹਿੰਦੇ 3 ਘਰ ਇਹਨਾਂ ਖੱਤਰੀਆਂ ਦੇ ਘਰ, ਗੁਰੂ ਹੈ ਨਾ ਖੱਤਰੀ ਦਾ, 3 ਘਰ ਇਹਨਾਂ ਦੇ ਘਰ। ਆ ਜਿਹੜੇ ਛੁਰੀਆਂ ਫੜ ਕੇ ਲੋਕਾਂ ਨੂੰ ਵੱਢ ਰਹੇ ਆ ਨਾ, ਬ੍ਰਾਹਮਣ ਪੂਰੇ ਨਾਦ, ਇਹ ਇਹਨਾਂ ਦੇ ਘਰ ਜਾ ਕੇ ਨਾਦ ਪੂਰ ਰਿਹਾ, ਨਾਦ ਅਸੀਸਾਂ ਦੇ ਰਿਹਾ, ਸੰਖ ਵਜਾ ਰਿਹਾ, ਜਿਉਂਦੇ ਰਹੋ, ਚੁੱਲ੍ਹੇ ਤਪਦੇ ਰਹਿਣ, ਭਗਤ ਛਕਦੇ ਰਹਿਣ, ਭੰਡਾਰੇ ਭਰੇ ਰਹਿਣ। ਜਿਹੜਿਆਂ ਭੰਡਾਰਿਆਂ ਚੋਂ ਇਹ ਸਾਰਾ ਕੁਝ ਆਇਆ, ਉਹ ਭੰਡਾਰੇ ਬਸ ਭੰਡਾਰੇ ਆ ਭਰ ਕਿੱਥੋਂ ਰਹੇ ਆ। ਜਾਨੀ ਜਦੋਂ ਅਸੀਂ ਇਹ ਕਹਿੰਦੇ ਆ ਕਿ ਭੰਡਾਰੇ ਭਰੇ ਰਹਿਣ, ਕਮਾਈਆਂ 'ਚ ਬਰਕਤਾਂ ਪੈਣ, ਕਮਾਈ ਹੁਣ ਹੋ ਕਿੱਥੋਂ ਰਹੀ ਹੈ? ਇਹਦਾ ਮਤਲਬ ਕਿ ਅਸੀਂ ਹੱਲਾਸ਼ੇਰੀ ਦੇ ਰਹੇ ਹਾਂ ਕਿ ਜਿਹੜੀ ਇਹਨਾਂ ਛੁਰੀ ਫੜੀ ਆ ਨਾ, ਜਿੱਥੇ ਤੱਕ ਛੁਰੀ ਨਹੀਂ ਜਾਂਦੀ ਉੱਥੇ ਵੀ ਜਾਵੇ। ਇਹੀ ਹੋਏਗਾ ਨਾ। ਔਰ ਇਹ ਗੱਲ ਇੱਥੇ ਨਹੀਂ ਜੇ ਨਿਬੜ ਜਾਣੀ, ਇਹ ਗੱਲ ਵਾਇਆ ਬ੍ਰਾਹਮਣ ਹੋ ਕੇ ਖੱਤਰੀ, ਇਹ ਸਿੱਖੋ ਸਾਡਿਆਂ ਘਰਾਂ ਤੱਕ, ਸਾਡੇ ਗ੍ਰੰਥੀਆਂ ਤੱਕ ਆ ਜਾਣੀ ਆ। ਨਹੀਂ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਅੱਗੇ, ਤੇ ਜੇ ਸਾਂਝੀ ਸਗਲ ਜਹਾਨੇ ਆ ਤਾਂ ਫਿਰ ਸਾਂਝੀ ਤਾਂ ਸਾਰਿਆਂ ਲਈ ਹੋ ਗਈ। ਇਹ ਛੁਰੀ ਵਾਲੇ ਧਾਗੇ ਪਾ ਕੇ ਛੁਰੀ ਫੇਰਨ ਵਾਲੇ ਤੇ ਉਹਨਾਂ ਛੁਰੀਆਂ ਫੇਰਨ ਵਾਲਿਆਂ ਦੇ ਘਰ ਜਾ ਕੇ ਨਾਦ ਪੂਰਨ ਵਾਲੇ, ਉਹਨਾਂ ਦੇ ਵਾਧੇ ਫੁੱਲਦੇ ਬਰਕਤਾਂ ਪੈਣ ਦੀਆਂ ਅਸੀਸਾਂ ਦੇਣ ਵਾਲੇ, ਦੇਖ ਲੈਣਾ ਜੀ। ਉਹਨਾਂ ਪਿਆਵੇਂ ਉਹੀ ਸਾਧ, ਜਿਹੜਾ ਸਵਾਦ ਉਹਨਾਂ ਨੂੰ ਉਸ ਰਿਸ਼ਵਤ ਵਿੱਚੋਂ ਆ ਰਿਹਾ ਨਾ, ਭੇਟਾ ਪੂਜਾ ਤੇ ਲਿਫਾਫੇ ਚੋਂ ਇਹਨਾਂ ਨੂੰ ਵੀ ਆ ਰਿਹਾ। ਇਹਨਾਂ ਨੂੰ ਵੀ ਆ ਰਿਹਾ। ਕੂੜੀ ਰਾਸ, ਕੂੜਾ ਵਪਾਰ, ਝੂਠ ਦਾ ਵਪਾਰ ਹੋ ਰਿਹਾ। ਕੂੜ ਬੋਲ, ਝੂਠ ਬੋਲਦੇ ਆ, ਝੂਠ ਬੋਲ ਕੇ ਰੋਟੀ ਖਾ ਰਹੇ ਆ। ਕੂੜ ਬੋਲ ਕਰੇ ਆਹਾਰ। ਔਰ ਸਤਿਗੁਰੂ ਨੇ ਸਿਰੇ ਲਾ ਛੱਡੀ, ਆਖਿਆ ਸ਼ਰਮ ਧਰਮ ਕਾ ਡੇਰਾ, ਨਾ ਸ਼ਰਮਿਆ ਨਾ ਧਰਮਿਆ। ਇਹ ਸ਼ਰਮ ਧਰਮ ਦਾ ਡੇਰਾ ਤਾਂ ਦੂਰ ਹੀ ਆ। ਨਾਨਕ ਕੂੜ ਰਹਿਆ ਭਰਪੂਰ। ਸਾਨੂੰ ਵੀ ਸੋਚਣਾ ਪਏਗਾ। ਵੈਸੇ ਇੰਟਰਨੈਟ ਦੇ ਮਾਧਿਅਮ ਰਾਹੀਂ ਦੂਰ ਤੱਕ ਗੱਲ ਜਾਂਦੀ ਆ। ਔਖਾ ਹੋ ਸਕਦਾ, ਪਰ ਗੱਲ ਇਹ ਹੈ ਕਿ ਥੋੜਾ ਜਿਹਾ ਮਨ ਕਾਇਮ ਕਰੀਏ। ਅਰਦਾਸ ਸਤਿਗੁਰੂ ਅੱਗੇ ਹੁੰਦੀ ਹੈ ਨਾ, ਯੋਗ ਸ਼ਬਦਾਂ 'ਚ ਹੋਵੇ ਤੇ ਵਧੀਆ। ਤੁਸੀਂ ਸਭ ਮਾਈ ਭਾਈ ਸਿਆਣੇ ਹੋ, ਬਾਣੀ ਪੜ੍ਹਨ ਵਾਲੇ ਹੋ। ਜਿਹੜਾ ਭਾਈ ਬਾਹਲੇ ਮਸਾਲੇ ਲਾ ਲਾ ਕੇ ਪਰਿਵਾਰ ਨੂੰ ਸਾਰੀ ਅਰਦਾਸ 'ਚ ਜ਼ਿਆਦਾ ਹੀ ਚੁੱਕ ਰਿਹਾ ਨਾ, ਇਹ ਗੁਰਮੁਖ ਪਰਿਵਾਰ, ਇਹ ਪਰਿਵਾਰ ਨੇ ਆਹ ਕਰਤਾ, ਇਹ ਪਰਿਵਾਰ ਆਹ ਕਰਤਾ, ਇਹਨੂੰ ਆਹ ਦੇ ਦਿਓ, ਇਹਨੂੰ ਇੱਧਰ ਕਰ ਦਿਓ, ਇਹਨੂੰ ਖੱਬੇ ਕਰ ਦਿਓ। ਉਹ ਜੋ ਬੋਲੀ ਜਾ ਰਿਹਾ ਨਾ, ਉਹਨੂੰ ਗੌਰ ਕਰਿਓ ਇੱਕ ਵਾਰੀ। ਉਹਨੂੰ ਗੌਰ ਜ਼ਰੂਰ ਕਰਿਓ ਇੱਕ ਵਾਰੀ। ਉਹ ਸਾਡੇ ਹਿੱਤ ਵਿੱਚ ਨਹੀਂ ਹੈਗਾ। ਔਰ ਅਸੀਂ ਜਿਹੜਾ ਇਹ ਮਸਾਲੇ ਬਾਹਲੇ ਪਾ ਰਿਆ ਨਾ, ਸਾਨੂੰ ਲੱਗਦਾ ਆਹ ਭਾਈ ਜਿਹੜਾ ਨਾ, ਇਹਨੇ ਤੇ ਕਮਾਲ ਹੀ ਕਰ ਛੱਡੀ। ਬੜੀ ਭਿੱਜ ਕੇ ਅਰਦਾਸ ਕੀ, ਭਿੱਜਣਾ ਭੁੱਜਣਾ ਕਾਹਦਾ ਆ। ਥੋੜਾ ਨੇੜੇ ਹੋ ਕੇ ਵੇਖ ਲਿਓ, ਸੋਚ ਲਿਓ।
ਬਸ ਮੈਂ ਤਾਂ ਇੰਨਾ ਕੀ ਕਹਿਣਾ ਚਾਹੁੰਦਾ, ਬਾਕੀ ਤੁਹਾਡੀ ਭਈ ਮਰਜ਼ੀ ਹੈ। ਆ ਜਿਹੜੀਆਂ ਸਤਿਗੁਰੂ ਕਹਿ ਰਹੇ ਨੇ ਨਾ ਵਿਚਾਰਾਂ, ਇਹ ਸੁੱਟਣ ਵਾਲੀਆਂ ਨਹੀਂ ਗੀਆਂ। ਇਹ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ। ਔਰ ਅਖੀਰਲੀ ਗੱਲ ਕਹਿ ਕੇ ਅਸੀਂ ਸ਼ਲੋਕ ਪੜ੍ਹਦੇ ਹਾਂ। ਜੇ ਗੁਰੂ ਨਾਨਕ ਸਾਹਿਬ ਨੇ ਲਿਹਾਜ਼ ਨਹੀਂ ਨਾ ਕੀਤਾ, ਇਹ ਬਖਸ਼ਿਆ ਨਹੀਂ, ਕੋਈ ਬੰਦਾ ਨਹੀਂ ਬਖਸ਼ਿਆ। ਭਾਵੇਂ ਬ੍ਰਾਹਮਣ ਆਇਆ, ਭਾਵੇਂ ਜੋਗੀ ਆਇਆ, ਭਾਵੇਂ ਕਾਜੀ ਆਇਆ, ਭਾਵੇਂ ਜੈਨੀ ਆਇਆ, ਭਾਵੇਂ ਕੋਈ ਆਇਆ, ਨਹੀਂ ਬਖਸ਼ਿਆ ਨਾ। ਦੂਜੇ ਧਰਮਾਂ ਦੇ ਸੀ ਨਾ, ਤਾਂ ਅਸੀਂ ਤਾਂ ਹੈ ਹੀ ਗੁਰੂ ਨਾਨਕ ਦੇ ਆਪ ਉਹਦੇ ਘਰ ਵਿੱਚ ਆ, ਸਾਡਾ ਕੀ ਹਾਲ ਹੋਏਗਾ। ਗੁਰੂ ਨਾਨਕ ਉਹਨਾਂ ਦੇ ਘਰਾਂ 'ਚ ਜਾ ਜਾ ਕੇ ਇਹ ਗੱਲਾਂ ਕੀਤੀਆਂ, ਤੇ ਬਾਹਰ ਅੰਦਰ ਤਾਂ ਖਹਿੜਾ ਛੁੱਟ ਜਾਂਦਾ ਵੀ ਚਲੋ ਘੰਟਾ ਕ ਬੰਦਾ ਆਇਆ ਚਲੇ ਗਿਆ, ਪ੍ਰਾਹੁਣਾ ਆਇਆ ਚਲੇ ਗਿਆ, ਗੱਲਾਂ ਬਾਤਾਂ ਕੀਤੀਆਂ ਚਲੇ ਗਿਆ। ਜਿਹੜਾ ਹੋਵੇ ਹੀ ਘਰ ਵਿੱਚ, ਉੱਥੇ ਕੀ ਬਣੇਗਾ। ਅਸੀਂ ਤਾਂ ਹੈ ਹੀ ਗੁਰੂ ਨਾਨਕ ਦੇ ਘਰ ਵਿੱਚ ਆ, ਸਾਡਾ ਲਿਹਾਜ਼ ਹੋਏਗਾ, ਨਹੀਂ ਹੋਣਾ। ਧਿਆਨ ਰੱਖਿਓ ਜੀ। ਆਪਾਂ ਪਾਠ ਵੱਲ ਧਿਆਨ ਦਈਏ ਥੋੜਾ ਜਿਹਾ। ਹਾਂਜੀ, ਮੱਥਾ ਟੇਕਾ ਤੇੜ ਉੱਚੀ ਥੋੜ੍ਹਾ ਜਿਹਾ ਖਾਈ, ਹੱਥ ਛੁਰੀ ਜਗਤ ਦਾ ਸਾਈ। ਮੱਥੇ ਤੇ ਟਿੱਕਾ, ਤੇੜ ਧੋਤੀ, ਹੱਥ ਵਿੱਚ ਛੁਰੀ, ਤੇ ਰੁਤਬਾ ਪਤਾ ਕੀ ਹੈ? ਜਗਤ ਕਸਾਈ। ਤੇ ਕਸਾਈ ਨੂੰ ਸਿੱਧੇ ਅੱਖਰਾਂ 'ਚ ਵੇਖਣਾ ਹੋਵੇ ਤੇ ਬੁੱਚੜ। ਜਗਤ ਕਸਾਈ। ਸੰਸਾਰ ਪ੍ਰਸਿੱਧ ਬੁੱਚੜਿਆ, ਸੰਸਾਰ ਪ੍ਰਸਿੱਧ ਮੰਨਿਆ ਪਰਮੰਨਿਆ ਬੁੱਚੜ। ਤੇ ਫਿਰ ਦੂਰ ਤੱਕ ਨਜ਼ਰ ਮਾਰ ਕੇ ਦੇਖੋ, ਜਿਹੜੇ ਸਾਡੇ ਸਿੱਖ ਸ਼ਕਲਾਂ ਵਾਲੇ ਰਿਸ਼ਵਤਾਂ ਬੇਈਮਾਨੀਆਂ 'ਚ ਗੜੋਚ ਨੇ। ਕਿਉਂ ਜੀ? ਮਹਾਰਾਜ ਕਿਰਪਾ ਹੀ ਕਰੇ। ਹਾਂਜੀ, नील वस्त्र पहर होमै परवान, मलेच्छ तान ले पूजै पुराण। अपाख्या का पुट्ठा बकरा खाना, चौंके ऊपर किसै न जाना। ਹਾਂ, ਜਿਹੜਾ ਇਸਲਾਮੀ ਉਹਨਾਂ ਦੀ ਸ਼ਰ੍ਹਾ ਦੇ ਮੁਤਾਬਕ ਕਲਮਾ ਪੜ੍ਹ ਕੇ ਮਾਰਿਆ ਹੋਇਆ, ਕੋਇਆ ਹੋਇਆ, ਪੁੱਠਾ ਹੋਇਆ ਬੱਕਰਾ ਨਾ, ਅੰਦਰ ਬਹਿ ਕੇ ਉਹ ਵੀ ਖਾ ਲੈਂਦਾ ਹੈ। ਪੁੱਠਾ ਬੱਕਰਾ ਖਾਣ 'ਚ ਇਹਨੂੰ ਕੋਈ ਗੁਰੇਜ਼ ਨਹੀਂ, ਪਰ ਉਦਾਂ ਪਤਾ ਕੀ ਕਹਿੰਦਾ? ਚੌਂਕੇ ਉੱਪਰ ਕਿਸੇ ਨਾ ਜਾਣਾ। ਚੌਂਕੇ ਤੇ ਨਾ ਪੈਰ ਧਰਿਓ ਕੋਈ, ਮੇਰਾ ਚੌਂਕਾ ਪਿੱਟਿਆ ਜਾਏਗਾ, ਮੇਰੇ ਧਰਮ ਦੀ ਉਲੰਘਣਾ ਹੋ ਜਾਏਗੀ। ਜਦੋਂ ਪੁੱਠਾ ਖਾਦਾ ਸੀ ਉਦੋਂ ਨਾ ਹੋਇਆ? ਮਲੇਸ਼ ਧਾਨ ਲੈ ਪੂਜੈ ਪੁਰਾਣ, ਜਦੋਂ ਆ ਸਾਰਾ ਕੁਝ ਹੋਇਆ ਉਦੋਂ ਨਹੀਂ ਤੇਰੇ ਧਰਮ ਨੂੰ ਕੋਈ ਖਤਰਾ ਹੋਇਆ? ਔਰ ਜਾਗਦੇ ਰਹੋ। ਇਸ ਵੇਲੇ ਇਹਨਾਂ ਦਿਨਾਂ 'ਚ ਚੋਣਾਂ ਨੇੜੇ ਵੇਖ ਕੇ ਧਰਮ ਦੀ ਬੀਨ, ਸਾਡੇ ਵੀ ਖਤਰੇ ਦੀ ਬੀਨ ਵਜਾਈ ਜਾ ਰਹੀ ਹੈ। ਧਰਮ ਨੂੰ ਖਤਰਾ, ਧਰਮ ਨੂੰ ਖਤਰਾ, ਬੀਨ ਸ਼ੁਰੂ ਹੋ ਚੁੱਕੀ ਜੇ। ਜਾਗਦੇ ਰਹੋ। ਹਾਂਜੀ, देव के चौंका कटी कार, ऊपर आए बैठे कुड़ियार। ਚੌਂਕਾ ਕਾਰ ਕੱਢ ਕੇ, ਲਕੀਰ ਕੱਢ ਕੇ ਚੌਂਕਾ ਤਿਆਰ ਕਰ ਲਿਆ, ਤੇ ਵਿੱਚ ਆਣ ਕੇ ਕੌਣ ਬੈਠਾ ਹੈ? ਦੂਜੇ ਤੇ ਮਨਾ ਕੀਤੇ, ਉਹ ਕਹਿੰਦਾ ਚੌਂਕੇ ਤੇ ਆਇਓ, ਕੋਈ ਨਾ ਨੇੜੇ ਨਾ ਆਇਓ। ਦੂਜੇ ਆਉਂਦੇ ਵੀ ਨਹੀਂਗੇ, ਉਹਨਾਂ ਮਾਰ ਖਾਣੀ ਹੈ। ਮਰਦਾਨਾ ਜੀ ਗਏ ਹੀ ਸੀ। ਚੌਂਕਾ ਤੂੰ ਹੀ ਤਿਆਰ ਕੀਤਾ ਤੇ ਤੂੰ ਹੀ ਚੌਂਕੇ ਵਿੱਚ ਆ ਕੇ ਬੈਠਾ, ਤੇ ਸਤਿਗੁਰੂ ਕਹਿੰਦੇ ਉੱਪਰ ਆਏ ਬੈਠੇ ਕੂੜਿਆਰ, ਆਪ ਹੀ ਝੂਠਾ ਆਣ ਕੇ ਬਹਿ ਗਿਆ। ਇਹਦੇ ਤੋਂ ਵੱਡਾ ਝੂਠਾ ਹੋਰ ਕਿਹੜਾ ਹੋ ਸਕਦਾ ਹੁਣ? ਇਹਦੇ ਤੋਂ ਵੱਡਾ ਝੂਠਾ ਕੋਈ ਨਹੀਂ, ਆਪ ਹੀ ਝੂਠਾ ਆਣ ਕੇ ਬਹਿ ਗਿਆ।
ਹਾਂਜੀ, ਮਤ ਪਿਟੈ ਵੇ ਮਤ ਪਿਟੈ, ਏ ਅਨ ਅਸਾਡਾ ਫਿਟੈ, ਤਨ ਫਿਟੈ ਫੇੜ ਕਰੇਨ। ਪਾਪ ਕਰ ਰਹੇ, ਪਾਪ, ਤਨ ਫਿੱਟੈ ਫੇੜ ਕਰੇਣ, ਫੇੜ ਪਾਪ ਕਰ ਰਹੇ, ਕਰੀ ਜਾ ਰਹੇ ਆ। ਰੌਲਾ ਇਹ ਵੀ ਪਾਈ ਜਾਂਦੇ, ਚੌਂਕੇ ਤੇ ਨਾ ਆਇਓ, ਚੌਂਕਾ ਨਾ ਪਿੱਟਿਆ ਜਾਏ, ਸਾਡਾ ਆਨ ਨਾ ਪਿੱਟਿਆ ਜਾਏ, ਵੇਖਿਓ ਕਿਸੇ ਦਾ ਪਰਛਾਵਾਂ ਨਾ ਪੈ ਜੇ, ਵੇਖਿਓ ਕਿਸੇ ਦਾ ਹੱਥ ਨਾ ਲੱਗ ਜੇ। ਪਰ ਆਪ ਕਰਤੂਤਾਂ ਸਾਰੀਆਂ ਮਾੜੀਆਂ ਆ ਜੀ। ਮਨ ਝੂਠੈ ਚੁਲੀ ਭਰੇਨ, ਚੁਲੀਆਂ ਵੀ ਭਰਦੇ ਆ ਪਰ ਮਨ ਕਰਕੇ ਝੂਠੇ ਆ। ਕੋ ਨਾਨਕ ਸੱਚ ਧਿਆਈਐ, ਹੇ ਨਾਨਕ ਕਹਿ ਸੱਚ ਧਿਆਈਏ, ਸੱਚ ਧਿਆਉਣਾ ਚਾਹੀਦਾ ਹੈ। ਸੁਚ ਹੋਵੈ ਤਾਂ ਸੱਚ ਪਾਈਐ, ਇਹਦਾ ਵਿਸ਼ਰਾਮ ਪੱਕਾ ਰੱਖਿਓ ਜੀ, ਸੋਚ ਹੋਵੇ ਤਾਂ ਸੱਚ ਪਾਈਏ, ਸੱਚ ਪਾਈਏ, ਸੱਚ ਪਾ ਲਿਆ ਜਾਏ ਤਾਂ ਸੋਚ ਹੁੰਦੀ ਹੈ, ਵਰਨਾ ਜੇ ਸੱਚ ਨਹੀਂ ਪੱਲੇ ਤੇ ਸੋਚ ਵੀ ਨਹੀਂ। ਮਨ ਵਿੱਚ ਸੱਚ ਹੈ ਤੇ ਸੁਚਮਤਾ ਰਹੇਗੀ, ਜੇ ਮਨ ਵਿੱਚ ਸੱਚ ਨਹੀਂ ਤੇ ਸੁਚਮਤਾ ਦਾ ਢੰਡੋਰਾ ਪਿੱਟਣਾ ਵਿਅਰਥ ਆ। ਹਾਂਜੀ, ਪੌੜੀ ਚਿਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਬੜੋ ਵਡਾ ਵਡ ਮੇਦਨੀ ਸਿਰੇ ਸਿਰ ਤੰਦਰ ਲਾਏਂਦਾ, ਨਦਰ ਉਪੱਟੀ ਜੇ ਕਰੇ ਸੁਲਤਾਨਾ ਕਾ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਹਾਂਜੀ, ਇੱਥੇ ਅਸੀਂ ਇਸ ਪੌੜੀ ਨੂੰ ਪੜ੍ਹਦੇ ਹਾਂ, ਇਸ ਗੱਲ ਵੱਲ ਆਮ ਤੌਰ ਤੇ ਕਰਦੇ ਰਹਿੰਦੇ ਹਾਂ ਔਰ ਪੜ੍ਹਦੇ ਰਹਿੰਦੇ ਹਾਂ। ਅਸੀਂ ਇਹਨੂੰ ਥੋੜਾ ਜਿਹਾ ਵਿਚਾਰ ਲਈਏ। ਅਸੀਂ ਇੱਥੇ ਪੜ੍ਹ ਰਹੇ ਹਾਂ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਜੇ ਰੱਬ ਨਦਰ ਪੁੱਠੀ ਕਰ ਦੇਵੇ ਤੇ ਵੱਡਿਆਂ ਵੱਡਿਆਂ ਸੁਲਤਾਨਾਂ ਨੂੰ ਵੀ ਘਾਹ ਤੋਂ ਹੌਲੇ, ਕੱਖਾਂ ਤੋਂ ਹੌਲੇ ਕਰ ਦਿੰਦਾ ਹੈ। ਦੂਜੇ ਪਾਸੇ ਤੁਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦਿਆਂ ਇਹ ਨਿਰਣੇ ਵੀ ਦੇਖਦੇ ਹੋ ਕਿ ਅਕਾਲ ਪੁਰਖ ਕਿਸੇ ਨਾਲ ਵੈਰ ਨਹੀਂ ਕਰਦਾ, ਅਕਾਲ ਪੁਰਖ ਕਿਸੇ ਨਾਲ ਧੱਕਾ ਨਹੀਂ ਕਰਦਾ। ਅਕਾਲ ਪੁਰਖ ਜੀ ਦੇ ਬਾਬਤ ਜਪ ਬਾਣੀ ਤੋਂ ਹੀ ਆਪਾਂ ਸ਼ੁਰੂ ਕਰ ਲਓ ਤੇ ਜਪ ਬਾਣੀ ਤੋਂ ਹੀ ਇਹ ਗੱਲ ਸ਼ੁਰੂ ਹੋ ਜਾਂਦੀ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ, ਜੁਗ ਜੁਗ ਏਕੋ ਵੇਸ। ਜੁਗ ਜੁਗ ਦਾ ਅਰਥ ਹੈ ਹਰੇਕ ਸਮੇਂ ਉਹ ਇੱਕੋ ਜਿਹਾ ਰਹਿੰਦਾ ਹੈ, ਉਹਦੇ ਚ ਕੋਈ ਬਦਲਾਅ ਨਹੀਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਪੁਰਾਣਾ ਹੋਵੇ ਨਹੀਂ, ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਉਹਦੇ ਚ ਕੋਈ ਬਦਲਾਅ, ਕੋਈ ਫਰਕ ਨਹੀਂ ਪੈਂਦਾ। ਅਸਲ ਚ ਇਹ ਠੀਕ ਹੈ, ਟੀਕਾਕਾਰਾਂ ਦੇ ਵੀ ਅਸੀਂ ਅਰਥ ਪੜ੍ਹਦੇ ਹਾਂ, ਸਾਨੂੰ ਬਹੁਤ ਕੁਝ ਮਿਲ ਜਾਂਦਾ ਹੈ। ਅਸਲ 'ਚ ਜਦੋਂ ਅਸੀਂ ਇਸ ਪੌੜੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹ ਕੇ ਅਕਾਲ ਪੁਰਖ ਜੀ ਬਾਬਤ ਵਿਚਾਰ ਲੈਂਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਆ, ਨਦਰ ਉਪੱਠੀ ਕਰਤਾਰ ਨਹੀਂ ਕਰਦਾ, ਨਦਰ ਉਪੱਠੀ ਬੰਦੇ ਦਾ ਮਨ ਕਰ ਰਿਹਾ ਹੈ। ਸਾਡਾ ਮਨ ਪੁੱਠਾ ਹੋ ਰਿਹਾ ਹੈ, ਸਾਡਾ ਮਨ ਨਜ਼ਰ ਘੁਮਾ ਰਿਹਾ ਹੈ। ਔਰ ਸਤਿਗੁਰੂ ਦੀ ਬਾਣੀ ਨੇ ਬਹੁਤ ਵਾਰੀ ਕਿਹਾ, ਮੂੰਹ ਫੇਰਿਆ ਮੁਖ ਫੇਰਿਆ ਮੂੰਹ ਝੂਠਾ ਹੋਏ। ਮੂੰਹ ਫੇਰ ਲੈਣਾ, ਅੱਖਾਂ ਘੁਮਾ ਲੈਣੀਆਂ, ਇਹ ਆਮ ਤੌਰ ਤੇ ਸਾਡੇ ਮੁਹਾਵਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਐਸਾ ਪ੍ਰਚਲਿਤ ਹੈ। ਬੰਦੇ ਕੋਲ ਆ ਚੀਜ਼ ਆ ਗਈ, ਇਹਦੀਆਂ ਅੱਖਾਂ ਹੀ ਬਦਲ ਗਈਆਂ, ਇਹਦੀ ਨਜ਼ਰ ਹੀ ਬਦਲ ਗਈ, ਇਹਦਾ ਤੌਰ ਤਰੀਕਾ ਹੀ ਬਦਲ ਗਿਆ, ਬਹੁਤ ਕੁਝ ਹੈ। ਸਤਿਗੁਰੂ ਕਹਿੰਦੇ ਨਦਰ ਉਪੱਠੀ ਜੇ ਕਰੇ, ਸੱਚ ਵਾਲੇ ਪਾਸਿਓਂ ਜੇ ਆਪਣੀ ਨਜ਼ਰ, ਆਪਣਾ ਨਜ਼ਰੀਆ, ਆਪਣਾ ਦ੍ਰਿਸ਼ਟੀਕੋਣ ਬਦਲ ਲੈਂਦਾ ਆ, ਪੁੱਠਾ ਕਰ ਲੈਂਦਾ ਆ, ਸੁਲਤਾਨਾ ਆ ਜਿਹੜੇ ਇਹਦੇ ਗਿਆਨ ਇੰਦਰੇ ਕਰਮ ਇੰਦਰੇ ਆ ਨਾ, ਜਿਹੜੇ ਆਪਣੇ ਤੌਰ ਤੇ ਆਜ਼ਾਦ ਆਪਣੀ ਬਾਦਸ਼ਾਹਤ ਦੇ ਮਾਲਕ ਨੇ, ਇਹ ਕੱਖੋਂ ਹੌਲੇ ਹੋ ਜਾਂਦੇ ਆ।
ਦਰ ਮੰਗਣ ਭਿੱਖ ਨਾ ਪਾਏਂਦਾ। ਅਕਾਲ ਪੁਰਖ ਜੀ ਦੇ ਦਰ ਤੋਂ ਮੰਗ ਕੇ ਇਹ ਭਿੱਖ ਪ੍ਰਾਪਤ ਕਰਦੇ ਹੀ ਨਹੀਂ, ਸੱਚ ਦੀ ਭਿੱਖ ਮੰਗਦੇ ਹੀ ਨਹੀਂ। ਇਹ ਨਦਰ ਪੁੱਠੀ ਹੋ ਚੁੱਕੀ ਆ। ਫਿਰ ਕਹਿੰਦੇ ਨੇ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਚਿੱਤੈ ਮਨ ਵਿੱਚ ਰੱਖ ਕੇ, ਚਿੱਤ ਵਿੱਚ ਰੱਖ ਕੇ ਸਾਰੇ ਗਿਆਨ ਇੰਦਰੇ, ਕਰਮ ਇੰਦਰੇ, ਸਾਰੇ ਸਰੀਰ ਨੂੰ ਇਹ ਕਾਬੂ ਕਰੀ ਬੈਠਾ ਹੈ। ਮਨ ਕਾਬੂ ਕਰੀ ਬੈਠਾ ਹੈ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਇਹ ਆਪ ਹੀ ਇਹਨਾਂ ਨੂੰ ਸਾਰਿਆਂ ਨੂੰ ਵਡਿਆਈ ਦੇ ਰਿਹਾ ਹੈ, ਆਪ ਹੀ ਇਹਨਾਂ ਕੋਲੋਂ ਸਾਰਾ ਕਰਮ ਕਰਵਾ ਰਿਹਾ ਹੈ। ਵੱਡੋਂ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਂਦਾ। ਇਹ ਮਨ ਇਹਦੀ ਆਪਣੀ ਇੱਕ ਮੇਦਨੀ ਹੈ, ਆਪਣੀ ਸ੍ਰਿਸ਼ਟੀ ਦਾ ਇੱਕ ਮਾਲਕ ਬਣਿਆ ਬੈਠਾ ਹੈ। ਇਹ ਇਹਨਾਂ ਨੂੰ ਆਪਣੇ ਮੁਤਾਬਕ ਸਿਰਜ ਰਿਹਾ ਹੈ ਤੇ ਸਿਰਜ ਕੇ ਇਹਨਾਂ ਨੂੰ ਆਪਣੇ ਮੁਤਾਬਕ ਧੰਦਿਆਂ ਵਿੱਚ ਲਾ ਰਿਹਾ ਹੈ। ਔਰ ਅਖੀਰ ਤੇ ਕਹਿੰਦੇ ਨੇ ਨਦਰ ਉਪੱਠੀ ਜੇ ਕਰੇ। ਜੇ ਕਰ ਲੈਂਦਾ ਹੈ ਅਕਾਲ ਪੁਰਖ ਸੱਚ ਤੋਂ ਇਹ ਨਦਰ ਪੁੱਠੀ, ਤਾਂ ਫਿਰ ਇਹ ਸਾਰੇ ਜੀਵਨ ਦਾ, ਆਪਣੇ ਸਾਥੀਆਂ ਦਾ ਸਤਿਆਨਾਸ਼ ਮਾਰ ਲੈਂਦਾ ਹੈ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ ਵੀ ਇਹਨੂੰ ਵਿਚਾਰਿਆ ਜਾ ਸਕਦਾ ਹੈ, ਦੇਖਣ ਦੀ ਖੇਚਲ ਕਰਨਾ ਜੀ ਇਸ ਤਰੀਕੇ ਨਾਲ। ਹਾਂਜੀ। ਸ਼ਲੋਕ ਮਹਿਲਾ ਪਹਿਲਾ। ਜੇ ਮੋਹਾ ਕਾ ਘਰ ਮੋਹੈ, ਘਰ ਮੈਂ ਪਿਤਰੀ ਦੇ। ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ। ਵੱਡੀਆਂ ਹੱਥ ਦਲਾਲ ਕੇ, ਮੁਸਫੀਏ ਕਰੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਕਾਲੇ ਦੇ। ਮਹਿਲਾ ਪਹਿਲਾ। ਜੇ ਸ਼ਰਾਧ ਕਰਨਾ ਹੋਵੇ ਤੇ ਆਹ ਸ਼ਲੋਕ ਵੇਖ ਲਿਓ। ਵੈਸੇ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਹੋ, ਕੋਈ ਇਸ ਤਰ੍ਹਾਂ ਦੇ ਮਸਲੇ 'ਚ ਕੋਈ ਹੋਏਗਾ। ਬਾਬਾ ਜੀ ਨੇ ਕਿਹਾ ਜੇ ਸ਼ਰਾਧ ਕਰਨਾ ਹੈ ਤੇ ਸ਼ਰਾਧ ਵਾਲੇ ਇਹ ਕਹਿੰਦੇ ਕਿ ਤੁਹਾਡਾ ਜੋ ਦਿੱਤਾ ਲਿਆ ਖਵਾਇਆ ਸਭ ਤੁਹਾਡਾ ਅੱਗੇ ਤੁਹਾਡਿਆਂ ਬਜ਼ੁਰਗਾਂ ਤੱਕ ਪਹੁੰਚ ਜਾਏਗਾ। ਇਹੀ ਕਹਿੰਦਾ ਨਾ ਉਹ, ਇਹੀ ਥਿਊਰੀ ਕੰਮ ਕਰਦੀ ਆ। ਦੋ ਤਿੰਨ ਗੱਲਾਂ ਕਰਨੀਆਂ ਜੀ, ਬਹੁਤਾ ਕੁਛ ਨਹੀਂ। ਸ਼ਰਾਧ ਕਰਨ ਵਾਲੇ ਪੁਜਾਰੀ ਨੂੰ ਘਰੇ ਸੱਦ ਕੇ ਸ਼ਰਾਧ ਕਰਦੇ ਆ ਤੇ ਉਹਨੂੰ ਕਹਿੰਦੇ ਵੀ ਬਾਪੂ ਜੀ ਦੀ ਯਾਦ ਵਿੱਚ ਸ਼ਰਾਧ ਕਰਨਾ ਹੈ। ਰੋਟੀ, ਖੀਰ, ਸਬਜ਼ੀਆਂ, ਦਹੀਂ, ਸਲਾਦ, ਜਿੰਨਾ ਜ਼ੋਰ ਲੱਗਦਾ ਅਗਲੇ ਕੋਲ ਲਾਉਂਦਾ ਭਾਈ। ਸਾਲ ਬਾਅਦ ਬਾਪੂ ਵਾਸਤੇ ਰੋਟੀ ਖਵਾਉਣੀ ਆ, ਢਿੱਲ ਮੱਠ ਥੋੜਾ ਹੋਣੀ ਚਾਹੀਦੀ ਆ। ਬਸ ਦੋ ਤਿੰਨ ਗੱਲਾਂ ਮੈਂ ਪੁੱਛਣ ਲੱਗਾ, ਧਿਆਨ ਰੱਖਿਓ ਜੇ। ਇਹ ਕਹਿੰਦਾ ਜਿਹੜੀ ਰੋਟੀ ਤੁਸੀਂ ਮੈਨੂੰ ਖਵਾ ਰਹੇ ਹੋ ਨਾ, ਉਹਦੀ ਫਿਰ ਉਹ ਦੰਦ ਕਸਾਈ ਮੰਗਦਾ, ਦਕਸ਼ਣਾ। ਵੀ ਮੈਂ ਆਪਣੇ ਲਈ ਥੋੜਾ ਖਾਦਾ, ਦੰਦ ਘਸੇ ਆ ਤੁਹਾਡੇ ਲਈ, ਤੁਹਾਡੇ ਬਜ਼ੁਰਗ ਲਈ ਖਾਦਾ, ਇਹ ਤਾਂ ਉਹਨੂੰ ਪਹੁੰਚ ਜਾਣਾ। ਠੀਕ ਹੈ, ਸਿਆਣੇ ਹੋ, ਸੰਖੇਪ ਰੱਖ ਕੇ ਕਰਦਾ। ਜਿਹੜੀ ਚੀਜ਼ ਮੂੰਹ 'ਚ ਪਾ ਕੇ ਅਸੀਂ ਚਿੱਥ ਰਹੇ ਹਾਂ, ਠੀਕ ਹੈ ਜੀ, ਉਹਨੂੰ ਇਦਾਂ ਦੁਬਾਰਾ ਹੱਥ ਤੇ ਬਾਹਰ ਕੱਢੋ, ਦੁਬਾਰਾ ਮੂੰਹ 'ਚ ਪਾਉਣ ਨੂੰ ਜੀ ਕਰਦਾ। ਆਪਣੀ ਕੱਢੀ ਹੋਈ ਚੀਜ਼ ਦੁਬਾਰਾ ਮੂੰਹ 'ਚ ਪਾਉਣ ਨੂੰ ਜੀ ਨਹੀਂ ਕਰਦਾ। ਠੀਕ ਹੈ। ਜਿਹੜੀ ਚੀਜ਼ ਗਲੇ ਤੋਂ ਥੱਲੇ ਢਿੱਡ 'ਚ ਉਤਰ ਗਈ, ਦੋ ਹੀ ਤਰੀਕੇ ਆ। ਜਾਂ ਤਾਂ ਖਾਦਾ ਹੋਇਆ ਕਿਸੇ ਕਾਰਨ ਕਰਕੇ ਬੰਦੇ ਨੂੰ ਉਲਟੀ ਆ ਗਈ, ਜਾਂ ਪਚ ਗਿਆ ਤੇ ਮਲ ਮੂਤਰ ਰਾਹੀਂ ਬਾਹਰ ਚਲਾ ਗਿਆ। ਜਿਹੜਾ ਕਿਸੇ ਕਾਰਨ ਪਚਿਆ ਨਹੀਂ, ਸਰੀਰ ਚੋਂ ਬਾਹਰ ਆ ਗਿਆ, ਉਲਟੀ, ਖਾਣ ਯੋਗ ਆ। ਤੁਸੀਂ ਦੇਖੋ ਸਾਡੇ ਨਾਲ ਕਰ ਕੀ ਰਿਹਾ ਉਹ ਬੰਦਾ। ਮੇਰੇ ਢਿੱਡ 'ਚ ਪਾ ਦਿਓ, ਤੁਹਾਡੇ ਬਜ਼ੁਰਗਾਂ ਨੂੰ ਪਹੁੰਚ ਜਾਣਾ। ਬਜ਼ੁਰਗਾਂ ਨੂੰ ਇਹ ਕੁਝ ਪਹੁੰਚਣਾ, ਉਹ ਇਹ ਖਾ ਲੈਣਗੇ। ਨਾਲੇ ਆਪਾਂ ਨੂੰ ਪਤਾ ਆਪਣੇ ਬਜ਼ੁਰਗ ਇਦਾਂ ਦੇ ਆ, ਉਹ ਮੰਨ ਜਾਣਗੇ। ਇੰਨਾ ਇਹ ਵੀ ਇਦਾਂ ਇਹਦੇ ਰਾਹੀਂ ਤੁਸੀਂ ਇਹਦੇ ਮੂੰਹ 'ਚ ਪਾਓ, ਪਹਿਲਾਂ ਢਿੱਡ 'ਚ ਜਾਵੇ, ਗਲ ਸੜ ਜਾਵੇ ਤੇ ਫਿਰ ਸਾਡੇ ਤੱਕ ਵੀ ਆ ਗਿਆ, ਪਹੁੰਚੇਗਾ। ਕਿ ਪੁਜਾਰੀ ਦਾ ਢਿੱਡ ਡਾਕਖਾਨੇ ਵਾਲਾ ਡੱਬਾ ਹੈ, ਵੀ ਚਿੱਠੀ ਪਾਈ ਹੈ ਤੇ ਉਹ ਆਪਣੇ ਐਡਰੈਸ ਤੇ ਪਹੁੰਚ ਜਾਏਗੀ। ਨਾਲੇ ਅਸੀਂ ਜੂਨਾਂ ਦਾ ਝਮੇਲਾ ਵੀ ਪਾਉਨੇ ਆ ਵੀ ਬੰਦਾ ਜਦੋਂ ਮਰ ਗਿਆ, ਜਿਹਨੇ ਚੰਗੇ ਕੰਮ ਨਹੀਂ ਕੀਤੇ, ਉਹ ਵੱਖਰੀਆਂ ਵੱਖਰੀਆਂ 84 ਲੱਖ ਜੂਨਾਂ ਦੇ ਵਿੱਚ ਜਾਂਦਾ ਆ।
ਤੇ ਜੇ 84 ਲੱਖ ਜੂਨਾਂ ਦੇ ਵਿੱਚ ਜਾਂਦਾ ਹੈ ਤਾਂ ਬੜੀਆਂ ਸਾਰੀਆਂ ਜੂਨਾਂ ਆਉਣਗੀਆਂ। ਜਿਹੜਾ ਬੰਦਾ ਹੁਣ ਡੰਗਰ ਪਸ਼ੂ ਦੇ ਜੂਨੇ ਪੈ ਗਿਆ ਹੋਇਆ, ਫਿਰ ਪੁਜਾਰੀ ਸਾਹਿਬ ਨੂੰ ਰੋਟੀਆਂ ਨਾਲ ਥੋੜਾ, ਫਿਰ ਇਹਨੂੰ ਪੱਠਿਆਂ ਨਾਲ ਰਜਾਓ, ਤੂੜੀ ਨਾਲ ਰਜਾਓ। ਜੇ ਸੱਪ ਦੀ ਜੂਨੇ ਗਿਆ ਤਾਂ ਫਿਰ ਪੁਜਾਰੀ ਨੂੰ ਚੂਹੇ ਖਵਾਓ। ਜੇ ਬੰਦਾ ਗਡੋਏ ਦੀ ਜੂਨ ਗਿਆ ਤਾਂ ਫਿਰ ਪੁਜਾਰੀ ਨੂੰ ਰੋਟੀ ਥੋੜਾ, ਫਿਰ ਇਹਨੂੰ ਮਿੱਟੀ ਪਾਓ। ਗਡੋਏ ਨੇ ਤਾਂ ਮਿੱਟੀ ਖਾਣੀ ਆ ਨਾ। ਜੇ ਡੱਡੂ ਦੀ ਜੂਨ ਗਿਆ ਤਾਂ ਫਿਰ ਮੱਖੀਆਂ ਮੱਛਰ ਮਾਰ ਕੇ ਰੱਖੋ ਇਹਦੇ ਅੱਗੇ। ਡੱਡੂ ਨੇ ਤਾਂ ਮੱਖੀਆਂ ਮੱਛਰ ਹੀ ਪਈ ਖਾਣੇ ਆ। ਗਾਰਾ ਲਿਆੜ ਕੇ ਇਹਦੇ ਅੱਗੇ ਰੱਖੋ। ਡੱਡੂ ਰੋਟੀਆਂ ਥੋੜੀਆਂ ਖਾਂਦਾ, ਡੱਡੂ ਤਾਂ ਮੱਖੀਆਂ ਮੱਛਰ ਤੇ ਗਾਰਾ ਹੀ ਖਾਂਦਾ ਹੈ, ਕਿਉਂਕਿ ਇਹਨੇ ਆਪਣੇ ਲਈ ਥੋੜਾ ਖਾਣਾ ਹੈ, ਇਹ ਤਾਂ ਬਾਪੂ ਜੀ ਲਈ ਪਹੁੰਚਣਾ ਆ। ਕਬੀਰ ਸਾਹਿਬ ਨੇ ਵੀ ਗੱਲਾਂ ਕਹੀਆਂ। ਕਬੀਰ ਸਾਹਿਬ ਕਿਹਾ, ਜੀਵਤ ਪਿੱਤਰ ਨਾ ਮਾਨੇ ਕੋਊ, ਮੂਏ ਸਿਰਾਦ ਕਰਾਹੀ, ਪਿੱਤਰ ਭੀ ਬਪੁਰੇ ਕਹੋ, ਕਿਉਂ ਪਾਵੇਂ ਕਊਆ ਕੂਕਰ ਖਾਹੀ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਕਮਾਲ ਦੀ ਗੱਲ ਇਸ ਸ਼ਲੋਕ 'ਚ ਕੀਤੀ। ਆਖਣ ਲੱਗੇ, ਪੰਡਤ ਜੀ ਇਹ ਦਿੱਤਾ ਹੋਇਆ ਦਾਨ ਪੁੰਨ ਸ਼ਰਾਧਾਂ ਦੇ ਨਾਂ ਤੇ ਇਹ ਅੱਗੇ ਪਹੁੰਚ ਜਾਂਦਾ? ਕਹਿੰਦਾ ਹਾਂ। ਸਤਿਗੁਰੂ ਕਹਿੰਦੇ, ਜੇ ਬੰਦਾ ਚੋਰੀ ਕਰਕੇ ਬਜ਼ੁਰਗਾਂ ਦਾ ਸ਼ਰਾਧ ਕਰੇ, ਚੋਰੀ ਕਰਕੇ ਕਿਸੇ ਦੇ ਘਰੋਂ ਚੋਰੀ ਕਰਕੇ ਸ਼ਰਾਧ ਕਰੇ, ਤੇ ਇਹ ਪਹੁੰਚ ਜਾਂਦਾ ਅੱਗੇ। ਤੇ ਜੇ ਪਹੁੰਚ ਜਾਂਦਾ ਆ, ਜਿਹੜੀਆਂ ਚੀਜ਼ਾਂ ਚੋਰੀ ਕਰਕੇ ਦਾਨ ਕੀਤੀਆਂ ਤੇ ਅੱਗੇ ਬਜ਼ੁਰਗਾਂ ਤੱਕ ਪਹੁੰਚ ਗਈਆਂ, ਤੇ ਜਿਨ੍ਹਾਂ ਦੇ ਘਰੋਂ ਚੋਰੀ ਕੀਤੀਆਂ, ਜੇ ਉਹਨਾਂ ਦਾ ਬਜ਼ੁਰਗ ਵੀ ਉੱਥੇ ਬੈਠਾ ਹੋਇਆ ਤੇ ਉਹ ਭਾਂਡਿਆਂ ਤੋਂ ਲੜਨਗੇ ਨਾ ਵੀ ਇਹ ਭਾਂਡੇ ਸਾਡੇ ਚੋਰੀ ਕੀਤੇ ਆ। ਬਾਬਾ ਜੀ ਕਹਿੰਦੇ ਨੇ, ਇਹਨੇ ਤੁਹਾਨੂੰ ਵੀ ਗਲਤ ਰਾਹ ਦੱਸਿਆ ਤੇ ਇਹਨੇ ਵੇਖੋ ਕਿੱਡੀ ਭੈੜੀ ਚਾਲ ਖੇਡੀ ਹੈ। ਇਹ ਤੁਹਾਡਿਆਂ ਪਿੱਤਰਾਂ ਮਰਿਆਂ ਨੂੰ ਵੀ ਚੋਰ ਬਣਾ ਗਿਆ। ਅੱਗੇ ਵਸਤ ਸਿਝਾਣੀਆਂ, ਜੇ ਅੱਗੇ ਜਾਂਦੀਆਂ ਵਸਤੂਆਂ, ਜੇ ਜਾਂਦੀਆਂ ਤੇ ਪਛਾਣੀਆਂ ਜਾਣਗੀਆਂ, ਜੇ ਪਛਾਣੀਆਂ ਗਈਆਂ ਤੇ ਪਿੱਤਰੀ ਉਹਨਾਂ ਨੂੰ ਵੀ ਚੋਰ ਬਣਾਏਗਾ। ਇਹ ਕਮਾਲ ਆ। ਵੈਸੇ ਇਹ ਜਿਨ੍ਹਾਂ ਨੇ ਥਿਊਰੀ ਘੜੀ, ਇੱਥੇ ਸਾਰੇ ਅਸੀਂ ਜੀਨੇ ਆ, ਰਹਿੰਦੇ ਆ, ਅਸੀਂ ਸਾਰੇ ਕਹਿੰਦੇ ਆ ਸਭ ਨੂੰ ਰੋਜੀ ਰੱਬ ਦੇਣ ਵਾਲਾ, ਸਭ ਦਾ ਰਖਵਾਲਾ ਰੱਬ, ਸਭ ਦੀ ਪਾਲਣਾ ਕਰਨ ਵਾਲਾ ਰੱਬ। ਤੇ ਜਿਹੜਾ ਮਰ ਗਿਆ, ਕੌਣ ਲੈ ਗਿਆ ਉਹਨੂੰ? ਰੱਬ ਲੈ ਗਿਆ। ਰੱਬ ਨੇ ਸੱਦ ਲਿਆ, ਇਦਾਂ ਹੀ ਕਹਿੰਦੇ ਨਾ। ਤੇ ਜਿਹਨੂੰ ਸੱਦ ਲਿਆ ਉਹਨੂੰ ਰੋਟੀ ਨਾ ਖਵਾਊਗਾ। ਸਾਨੂੰ ਇੱਥੇ ਖਵਾ ਰਿਹਾ ਤੇ ਉਹਨੂੰ ਨਾ ਖਵਾਊਗਾ। ਕਿਹੋ ਜਿਹਾ ਕੁਛ ਘੜ ਕੇ ਬੈਠੇ ਹੋਏ ਆ, ਕਿੱਧਰ ਫਸੇ ਹੋਏ ਆ। ਜਿੱਦਾਂ ਅਸੀਂ ਪਹਿਲਾਂ ਮੰਨਦੇ ਆ, ਬਾਣੀ ਤੋਂ ਹਟ ਕੇ ਮੈਂ ਗੱਲ ਕਰ ਰਿਹਾ, ਰੱਬ ਕਿਤੇ ਉੱਤੇ ਰਹਿੰਦਾ, ਧਰਤੀ ਤੇ ਬੈਠੇ ਜੀਵਾਂ ਦਾ ਫਿਕਰ ਕਰ ਰਿਹਾ, ਇਹਨਾਂ ਨੂੰ ਰੋਜੀ ਰੋਟੀ ਦੇ ਰਿਹਾ। ਬੰਦਾ ਮਰ ਗਿਆ, ਰੱਬ ਕੋਲ ਚਲੇ ਗਿਆ, ਸਵਰਗ ਜਾਂ ਨਰਕ 'ਚ ਪੈ ਗਿਆ। ਧਰਤੀ ਤੇ ਬੈਠੇ ਬੰਦੇ ਫੇਰ ਉਹਦਾ ਫਿਕਰ ਕਰ ਰਹੇ ਆ ਵੀ ਜਿਹੜਾ ਚਲੇ ਗਿਆ ਉਹਨੂੰ ਰੋਟੀ ਖਵਾਓ, ਹੁਣ ਇੱਥੋਂ ਉਹਨੂੰ ਉਧਰ ਨੂੰ ਘੱਲੋ। ਉਹ ਉੱਤੋਂ ਠਾਂ ਨੂੰ ਘੱਲ ਰਿਹਾ, ਥੱਲਿਓਂ ਤਾਂ ਨੂੰ ਘੱਲ ਰਿਹਾ। ਇੱਥੇ ਹੀ ਆ ਨਾ। ਸਤਿਗੁਰੂ ਨੇ ਬਾਣੀ ਸਾਡੇ ਲਈ ਉਚਾਰਨ ਕੀਤੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਆਖਿਆ। ਠੀਕ ਹੈ ਨਾ ਜੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਆਖਿਆ। ਅਸੀਂ ਸਪੀਕਰਾਂ ਨਾਲ ਲਾ ਕੇ ਬਾਹਰ ਨੂੰ ਘਲਾ ਰਹੇ ਆ ਤੇ ਨਾਲ ਅਰਦਾਸਾਂ ਇਹ ਕਰ ਰਹੇ ਆ, ਸੱਚਿਆ ਪਾਤਸ਼ਾਹ ਇਹ ਪੜਿਆ ਸੁਣਿਆ ਸੱਚਖੰਡ ਪ੍ਰਵਾਨ ਕਰਿਓ। ਮਤਲਬ ਅਸੀਂ ਨਾ ਪ੍ਰਵਾਨ ਕਰੀਏ, ਮਤਲਬ ਸਾਡੇ ਨਹੀਂ ਪ੍ਰਵਾਨ ਕਰਨ ਵਾਲਾ, ਸਾਡੇ ਪ੍ਰਵਾਨ ਹੋਵੇ, ਅਸੀਂ ਵੀ ਪ੍ਰਵਾਨ ਕਰੀਏ। ਤਾਂ ਬਹੁਤ ਕੁਝ ਐਸਾ ਜਿਹੜਾ ਅਸੀਂ ਬਾਣੀ ਚੋਂ ਪੜ੍ਹ ਰਹੇ ਆ, ਸਾਡੇ ਸਮਝਣ ਵਾਲਾ ਹੈ। ਸਾਡੇ ਘਰਾਂ 'ਚ ਉਹ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਬਾਣੀ ਦੇ ਸਿਧਾਂਤ ਦੇ ਉਲਟ ਜਾ ਰਹੀਆਂ। ਤਾਂ ਇਹ ਰਵਾਇਤਾਂ, ਇਹ ਗੱਲਾਂ ਸਾਨੂੰ ਆਪਣੇ ਘਰਾਂ 'ਚੋਂ ਕੱਢ ਦੇਣੀਆਂ ਚਾਹੀਦੀਆਂ।
ਮਰਨ ਤੋਂ ਬਾਅਦ ਕੋਈ ਹੋਰ ਰਸਮ ਬਾਕੀ ਨਹੀਂ ਰਹਿ ਜਾਂਦੀ। ਜਦੋਂ ਅਸੀਂ ਇੱਕ ਵਾਰ ਅਰਦਾਸ ਸਤਿਗੁਰੂ ਦੇ ਸਾਹਮਣੇ ਕਰ ਲੈਂਦੇ ਆ, ਉਸ ਤੋਂ ਬਾਅਦ ਬਾਕੀ ਕੋਈ ਰਸਮ ਨਹੀਂ ਬਚਦੀ। ਇਹ ਗੱਲ ਸਿੱਖ ਰਹਿਤ ਮਰਜ਼ਾਦਾ ਵਿੱਚ ਵੀ ਦਰਜ ਹੈ। ਹਾਂਜੀ। ਮਹਿਲਾ ਪਹਿਲਾ ਜਿਉ ਜੋਰੂ ਸਿਰਨਾਮਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਐ ਪਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਬਸਿਆ ਸੋਏ ਪੌੜੀ ਤੁਰੇ ਪਲਾਣੇ ਕੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਪਾਉਂਦੇ ਹਰ ਪੂਜਨ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਸ਼ਲੋਕ ਮਹਿਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਸਤਿਗੁਰੂ ਨੇ ਸ਼ਬਦ ਵੇਖੋ ਪਹਿਲਾਂ ਹੀ ਵਰਤਿਆ ਜੇ ਕਰ, ਮਤਲਬ ਹੈ ਨਹੀਂ, ਸੂਤਕ ਵਾਲੀ ਗੱਲ ਹੈ ਨਹੀਂ, ਪਰ ਕਹਿੰਦੇ ਜੇ ਕਰ, ਫਰਜ਼ ਕਰੋ, ਮੰਨ ਲਈਏ ਸਭ ਤੈ ਸੂਤਕ ਹੋਏ। ਫਿਰ ਸੂਤਕ ਤਾਂ ਸਾਰਿਆਂ ਤੇ ਹੀ ਹੋ ਰਿਹਾ ਤੇ ਸਾਰਿਆਂ ਥਾਵਾਂ ਤੇ ਹੋ ਰਿਹਾ, ਇਹ ਤੋਂ ਬਚਿਆ ਕਿੱਦਾਂ ਜਾ ਸਕਦਾ? ਪਹਿਲਾ ਹੀ ਅੱਖਰ, ਪਹਿਲਾ ਹੀ ਸ਼ਬਦ ਸਤਿਗੁਰੂ ਦਾ ਇਹ ਦੱਸਦਾ। ਸਤਿਗੁਰੂ ਕਹਿ ਰਿਹਾ ਮੰਨਿਆ ਨਹੀਂ, ਇਹ ਹੈ ਨਹੀਂ, ਪਰ ਇੱਕ ਮਿੰਟ ਲਈ ਮੰਨ ਲਈਏ ਜੇ ਕਰ ਹੈ ਸੂਤਕ। ਤੇ ਸੂਤਕ ਪਤਾ ਕੀ ਹੈ? ਸੂਤਕ ਤੇ ਦੂਜਾ ਇਹਦੇ ਨਾਲ ਦਾ ਸ਼ਬਦ ਹੈਗਾ ਪਾਤਕ। ਸੂਤਕ ਸ਼ਬਦ ਹੈ ਜਿੱਥੇ ਜਿਵੇਂ ਕਿਸੇ ਨਵੇਂ ਬੱਚੇ ਨੇ ਜਨਮ ਲਿਆ, ਪਰ ਸੂਤ ਨਾਲ ਸੰਬੰਧਿਤ ਹੈ। ਬੱਚੇ ਨੇ ਜਨਮ ਲਿਆ, ਕਹਿੰਦੇ ਸੂਤਕ ਹੋ ਗਿਆ। ਜੇ ਕੋਈ ਮਰ ਗਿਆ ਤੇ ਉੱਥੇ ਕਹਿੰਦੇ ਪਾਤਕ। ਜੰਮਣ ਵਾਲੀ ਕਿਰਿਆ ਨਾਲ ਸੰਬੰਧਿਤ ਸੂਤਕ ਹੈ ਤੇ ਮਰਨ ਵਾਲੀ ਕਿਰਿਆ ਦੇ ਨਾਲ ਸੰਬੰਧਿਤ ਪਾਤਕ ਹੈ। ਦੋਵਾਂ ਦਾ ਅਰਥ, ਸੂਤਕ ਦਾ ਅਰਥ, ਪਾਤਕ ਦਾ ਅਰਥ ਹੈ ਅਪਵਿੱਤਰਤਾ। ਦੋਵਾਂ ਦਾ ਅਰਥ ਹੈ ਅਪਵਿੱਤਰਤਾ। ਤੇ ਜਿੱਥੇ ਕੋਈ ਜਨਮ ਲਵੇ ਉੱਥੇ ਵੀ, ਜਿੱਥੇ ਕੋਈ ਮਰ ਜਾਏ ਉੱਥੇ ਵੀ, ਦੋਵਾਂ ਥਾਵਾਂ ਦੀ ਅਪਵਿੱਤਰਤਾ ਪੰਡਿਤ ਆ ਕੇ ਮੰਤਰ ਪੜ੍ਹ ਕੇ ਦੂਰ ਕਰਦਾ। ਤੇ ਜਿੰਨੇ ਦਿਨ ਉਹ ਅਪਵਿੱਤਰਤਾ ਦੂਰ ਨਹੀਂ ਕਰਦਾ ਇਹਨਾਂ ਘਰਾਂ ਦੀ, ਓਨੀ ਦੇਰ ਤੱਕ ਉਸ ਘਰ ਵਿੱਚੋਂ ਰੋਟੀ ਨਹੀਂ ਖਾਂਦਾ, ਉਸ ਅਪਵਿੱਤਰ ਘਰ ਦੇ ਅੰਦਰ ਜਾਂਦਾ ਨਹੀਂ। ਬ੍ਰਾਹਮਣ, ਖੱਤਰੀ ਤੇ ਵੈਸ਼, ਚੌਥੀ ਕੈਟਾਗਰੀ ਸ਼ੂਦਰ ਆ ਜਿਹੜੀ ਇਹਨੇ ਬਣਾਈ ਆ। ਬ੍ਰਾਹਮਣ, ਖੱਤਰੀ ਤੇ ਵੈਸ਼, ਇਹਨਾਂ ਤਿੰਨਾਂ ਘਰਾਂ 'ਚ ਜਿਹੜੀ ਸੂਤਕ ਪਾਤਕ ਦੀ ਕਿਰਿਆ, ਉਹਦੇ ਦਿਨ ਵੀ ਵੰਡ ਦਿੱਤੇ ਨੇ। ਬ੍ਰਾਹਮਣ ਦੇ ਘਰ ਇੰਨੇ ਦਿਨ ਰਹੇਗਾ, ਖੱਤਰੀ ਦੇ ਘਰ ਇੰਨੇ ਦਿਨ ਰਹੇਗਾ, ਵੈਸ਼ ਦੇ ਘਰ ਇੰਨੇ ਦਿਨ ਰਹੇਗਾ। ਜੰਮਣ ਮਰਨ ਦੀ ਅਪਵਿੱਤਰਤਾ ਇਹਨੇ ਦਿਨ ਵੀ ਵੰਡ ਦਿੱਤੇ। ਤੇ ਸ਼ੂਦਰ ਦੇ ਘਰੋਂ ਅਪਵਿੱਤਰਤਾ ਕੱਢਦਾ ਹੀ ਨਹੀਂ, ਕਿਉਂਕਿ ਸ਼ੂਦਰ ਦੇ ਘਰੇ ਜਾਂਦਾ ਹੀ ਨਹੀਂ, ਉੱਥੇ ਨਾ ਰੋਟੀ ਖਾਣੀ, ਨਾ ਮੰਤਰ ਪੜ੍ਹਦਾ, ਨਾ ਉਹਨਾਂ ਨੂੰ ਪੜਾਉਣ ਦਾ, ਨਾ ਪੜਨ ਦਾ ਅਧਿਕਾਰ ਹੀ ਕੋਈ ਨਹੀਂ। ਇਸ ਕਰਕੇ ਉੱਥੇ ਤੇ ਜਾਂਦਾ ਹੀ ਨਹੀਂ ਹੈ, ਉਹ ਤੇ ਰੱਬ ਆਸਰੇ ਹੀ ਚੱਲ ਰਹੇ ਨੇ। ਇਹਨਾਂ ਤਿੰਨਾਂ ਥਾਵਾਂ ਤੇ ਅਪਵਿੱਤਰਤਾ ਇਹ ਜਾ ਕੇ ਦੂਰ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਜੇਕਰ ਮੰਨ ਲਈਏ ਸੂਤਕ ਤੇ ਸਭ ਤੈ ਸੂਤਕ ਹੋਏ, ਫਿਰ ਤਾਂ ਸੂਤਕ ਸਭ ਤੈ, ਸਾਰਿਆਂ ਹੀ ਥਾਵਾਂ ਤੇ ਸਾਰਿਆਂ ਨੂੰ ਹੀ ਹੋ ਰਿਹਾ ਹੈ। ਹਾਂਜੀ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇ ਅਸੀਂ ਵਿਸ਼ਰਾਮ, ਗੋਹੇ ਅਤੇ ਲੱਕੜੀ ਅੰਦਰ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਅੱਜ ਕੱਲ ਹੁਣ ਪਿੰਡਾਂ ਦਾ ਵੀ ਸਿਲਸਿਲਾ ਬਦਲ ਗਿਆ, ਗੈਸ ਸਿਲੰਡਰ ਆ ਗਏ। ਪੁਰਾਣਾ ਸਮਾਂ ਸ਼ਹਿਰਾਂ 'ਚ ਵੀ ਸੀਗਾ, ਛੱਤਾਂ ਦੇ ਉੱਤੇ ਚੁੱਲ੍ਹੇ ਬਣਾ ਕੇ ਤੇ ਅੱਗ ਬਾਲ ਲਈ ਜਾਂਦੀ ਸੀ।
ਗੋਹਾ ਵੀ ਪਾਥੀਆਂ ਬਲਦੀਆਂ ਸੀ, ਲੱਕੜਾਂ ਬਲਦੀਆਂ ਸੀ। ਤਾਂ ਵਡੇਰੀ ਉਮਰ ਦੀਆਂ ਮਾਵਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਪਤਾ ਹੋਏਗਾ ਕਿ ਗੋਹੇ ਦੇ ਅੰਦਰ, ਪਾਥੀ ਦੇ ਅੰਦਰ ਵੀ ਕੀੜਾ ਹੁੰਦਾ ਆ, ਪੈਦਾ ਹੋ ਸਕਦਾ, ਹੁੰਦਾ ਵੀ ਆ। ਤੇ ਜਿਹੜੀ ਲੱਕੜ ਬਾਲਣ ਲਈ ਅਸੀਂ ਵਰਤ ਰਹੇ ਹਾਂ ਉਹਦੇ ਵਿੱਚ ਵੀ ਘੋਣ ਇਤਿਆਦਿਕ ਕੀੜੇ ਜਿਹੜੇ ਆ ਉਹ ਹੁੰਦੇ ਹੀ ਆ, ਉਹਦੇ ਬਾਲਣ ਦੇ ਵਿੱਚ ਵੀ ਕੀੜੇ ਆ। ਬਾਬਾ ਜੀ ਕਹਿੰਦੇ ਜੇ ਸੂਤਕ ਹੀ ਮੰਨਣਾ ਤੇ ਫਿਰ ਗੋਹੇ ਵਿੱਚ ਵੀ ਆ ਕੀੜਾ, ਲੱਕੜ ਵਿੱਚ ਵੀ ਕੀੜਾ ਹੈ। ਕੀੜਾ ਜੰਮਿਆ ਤਾਂ ਵੀ ਸੂਤਕ ਹੋਇਆ, ਲੱਕੜ ਵਾਲੀ ਕੀੜਾ ਮਰ ਗਿਆ ਤਾਂ ਪਾਤਕ ਵੀ ਹੋਇਆ। ਭੱਜ ਕਿੱਧਰ ਭੱਜਣਾ ਹੈ ਹੁਣ? ਸੂਤਕ ਵੀ ਹੋਇਆ ਤੇ ਪਾਤਕ ਵੀ ਹੋਇਆ, ਦੋਵੇਂ ਗੱਲਾਂ ਹੋਈਆਂ। ਹਾਂਜੀ, जेते दाने अन के जियां बाज न कोए। ਜੀਆਂ ਤੋਂ ਬਿਨਾ ਕੁਝ ਵੀ ਨਹੀਂ। ਜਿੰਨੇ ਦਾਣੇ ਅੰਨ ਦੇ, ਅਨਾਜ ਦੇ, ਜੋ ਕੁਝ ਸਾਡੀ ਰਸੋਈ 'ਚ ਬਣ ਰਿਹਾ, ਪੱਕ ਰਿਹਾ, ਕੋਈ ਵੀ ਜੀਆਂ ਤੋਂ ਬਿਨਾ ਨਹੀਂ, ਕੁਝ ਵੀ ਨਹੀਂ। ਪਹਿਲੀ ਗੱਲ ਤਾਂ ਸਾਰਾ ਅਨਾਜ ਵੀ ਜਿਉਂਦਾ ਆ। ਅਨਾਜ ਜਿਉਂਦਾ ਆ ਤੇ ਤਾਂ ਹੀ ਅਸੀਂ ਜਿਉਂਦੇ ਆ ਨਾ ਉਹਨੂੰ ਖਾ ਕੇ। ਸਾਰੇ ਜੀਆਂ ਵਾਲੇ ਨੇ। ਹਾਂਜੀ, पहला पानी जियो है। ਸਭ ਤੋਂ ਪਹਿਲਾਂ ਤਾਂ ਪਾਣੀ ਇੱਕ ਜਿਉਂਦਾ ਜੀਵ ਆ। ਪਹਿਲਾਂ ਪਾਣੀ ਜੀਓ ਹੈ, ਬਾਕੀ ਛੱਡ ਦਿਓ। ਪਾਣੀ ਸਭ ਤੋਂ ਪਹਿਲਾਂ ਜੀਵ ਆ ਤੇ ਪਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ। ਹਾਂਜੀ जित हरया सब कोए। ਹਾਂਜੀ, सूतक क्यों कर रखी है, सूतक पवै रसोए। ਸੂਤਕ ਤੋਂ ਕਿਵੇਂ ਬਚਾਅ ਹੋਵੇ, ਸੂਤਕ ਨੂੰ ਕਿਵੇਂ ਰੋਕੀਏ? ਸੂਤਕ ਪਵੈ ਰਸੋਏ, ਰਸੋਈ ਵਿੱਚ ਤਾਂ ਸੂਤਕ ਹੋ ਹੀ ਰਿਹਾ ਹੈ। ਦੁੱਧ ਨੂੰ ਜਾਗ ਲੱਗਦੀ, ਦਹੀਂ ਬਣਦਾ, ਤੇ ਦਹੀਂ ਕੀ ਹੈ? ਹਾਂਜੀ, ਬੈਕਟੀਰੀਆ। ਕਿੰਨੇ ਪੈਦਾ ਹੋਏ? 2, 10, 50, 100, ਪਤਾ ਹੀ ਨਹੀਂ। ਦੁੱਧ ਵਿੱਚ ਬੈਕਟੀਰੀਆ, ਉਬਾਲ ਕੇ ਰੱਖ ਲੈਨੇ ਆ, ਥੋੜੀ ਦੇਰ ਰੋਕ ਲੱਗ ਜਾਂਦੀ ਆ, ਫਿਰ ਉਬਾਲਾ ਦੇਣਾ ਪੈਂਦਾ। ਜੇ ਸੰਭਾਲਣਾ ਜ਼ਿਆਦਾ ਦੇਰ ਤਾਂ ਉਹ ਜ਼ਿਆਦਾ ਚਿਰ ਸੰਭਾਲਣ ਲਈ ਉਹਨੂੰ ਵਾਰ-ਵਾਰ ਉਬਾਲਾ ਦਵਾਉਣਾ ਪਏਗਾ ਨਾ। ਜਾਨੀ ਦੁੱਧ ਨੂੰ ਗਰਮ ਕਰਕੇ ਉਹਦੇ 'ਚ ਜਿਹੜਾ ਆਪਣੇ ਆਪ ਕੁਦਰਤੀ ਤੌਰ ਤੇ ਬੈਕਟੀਰੀਆ ਪੈਦਾ ਹੋ ਰਿਹਾ ਨਾ, ਉਹਨੂੰ ਅਸੀਂ ਮਾਰ ਰਹੇ ਹਾਂ, ਉਹਨੂੰ ਰੋਕ ਰਹੇ ਹਾਂ। ਤੇ ਰਸੋਈ ਵਿੱਚ ਤਾਂ ਇਹ ਕਿਰਿਆ ਹਰ ਵੇਲੇ ਚੱਲ ਰਹੀ ਹੈ। ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਹਾਂਜੀ, नानक सूतक कीम न उतरै, ज्ञान उतारे धोए। ਜਿਹੜੇ ਸੂਤਕ ਉਤਾਰਨ ਦੇ ਤੇਰੇ ਤਰੀਕੇ ਆ ਨਾ, ਨਹਾ ਲਓ, ਇਸ਼ਨਾਨ ਕਰ ਲਓ, ਹੱਥ ਧੋ ਲਓ, ਪੋਚਾ ਲਾ ਲਓ, ਸੂਤਕ ਉਤਰ ਗਿਆ। ਏਦਾਂ ਨਹੀਂ ਸੂਤਕ ਉਤਰਦਾ। ਨਾਨਕ ਸੂਤਕ ਏਮ ਨਾ ਉਤਰੈ, ਐਵੇਂ ਨਹੀਂ ਉਤਰਦਾ। ਗਿਆਨ ਉਤਾਰੈ ਤੋਏ, ਗਿਆਨ ਨਾਲ ਧੋਤਾ ਜਾ ਸਕਦਾ। ਗਿਆਨ ਨਾਲ ਕਿਹੜਾ ਸੂਤਕ ਧੋਤਾ ਜਾ ਸਕਦਾ? ਸਤਿਗੁਰੂ ਨੇ ਅਗਲੇ ਸ਼ਲੋਕ 'ਚ ਕਿਹਾ, मैला पहला मन का सूतक लोभ है, जेवा सूतक कूड़, अखी सूतक देखना, पर त्रै पर तन रूप। ਹਾਂ, ਨਹਾ ਲਓ, ਜਿੰਨਾ ਨਹਾਉਣਾ ਨਹਾ ਲਓ, ਧੋ ਲਓ ਹੱਥ, ਫੇਰ ਲਓ ਪੋਚੇ। ਬਾਬਾ ਜੀ ਕਹਿੰਦੇ ਨੇ ਜੇ ਮਨ 'ਚ ਲੋਭ ਹੈ ਤੇ ਮਨ ਨੂੰ ਸੂਤਕ ਲੱਗਾ। ਜੇ ਜ਼ੁਬਾਨ ਤੇ ਝੂਠ ਹੈ ਤੇ ਜ਼ੁਬਾਨ ਨੂੰ ਸੂਤਕ ਲੱਗਾ। ਜੇ ਅੱਖਾਂ ਪਰਾਇਆ ਰੂਪ ਵੇਂਦੀਆਂ ਤੇ ਅੱਖਾਂ ਨੂੰ ਸੂਤਕ ਲੱਗਾ। ਸੂਤਕ ਹੀ ਸੂਤਕ ਹੋ ਗਿਆ। ਇੱਕ ਬੱਚਾ ਪੈਦਾ ਹੋਇਆ, ਕਹਿੰਦਾ ਇੱਥੇ ਸੂਤਕ ਹੋ ਗਿਆ। ਕਰੋ ਆ ਪੁੰਨਦਾਨ, ਕਰੋ ਆ ਪਾਠ, ਲਾਓ ਪੋਚੇ, ਨਹਾਓ ਪਾਣੀ ਨਾਲ, ਸੂਤਕ ਧੋਤਾ ਗਿਆ। ਬਾਬਾ ਜੀ ਕਹਿੰਦੇ ਜਿਹੜਾ ਆ ਸੂਤਕ, ਇਹਦਾ ਕੀ ਕਰਨਾ? ਇਹ ਵੀ ਤੇ ਆ ਨਾ। ਬੱਚੇ ਦੇ ਪੈਦਾ ਹੋਣ ਨਾਲ ਸੂਤਕ ਨਹੀਂ ਹੁੰਦਾ, ਸੂਤਕ ਅਸਲ ਆ।
ਬੱਚੇ ਦੇ ਪੈਦਾ ਹੋਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਆ ਜਿੱਥੇ ਸੂਤਕ ਲੱਗਾ ਨਾ, ਜਿੱਥੇ ਆ ਸੂਤਕ ਲੱਗਾ ਉੱਥੇ ਨੁਕਸਾਨ ਹੀ ਨੁਕਸਾਨ ਹੈ। ਘਰ ਉਜੜਦੇ ਨੇ, ਪਰਿਵਾਰ ਉਜੜਦੇ ਨੇ, ਸਮਾਜ ਉਜੜਦਾ ਹੈ, ਕੌਮਾਂ ਬਰਬਾਦ ਹੋ ਜਾਂਦੀਆਂ ਨੇ ਜਿੱਥੇ ਆ ਸੂਤਕ ਲੱਗ ਗਿਆ। ਗਰਕ ਜਾਂਦਾ ਬੇੜਾ ਉੱਥੇ। ਇਹ ਸੂਤਕ ਖਤਰਨਾਕ ਹੈ, ਬਹੁਤ ਖਤਰਨਾਕ ਹੈ। ਤੋ ਇਹ ਗੱਲਾਂ ਤਾਂ ਹੁਣ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਆ ਨਾ, ਬਾਕੀ ਤਾਂ ਅਸੀਂ ਨਹਾਉਣ ਧੋਣ ਤੇ ਹੱਥ ਮੂੰਹ ਧੋਣ 'ਚ ਹੀ ਰਹਿ ਜਾਂਦੇ ਆ, ਉੱਥੋਂ ਤੱਕ ਹੀ ਉਹਨੇ ਰੱਖਿਆ ਹੋਇਆ ਸੀ। ਹਾਂਜੀ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ। ਲਾਏ ਪਾਠ ਨਹੀਂ ਜੀ, ਲਾ, ਲਾਇਤ ਵਾਰੀ। ਹਾਂ, ਲਾ ਇਤਬਾਰੀ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ। ਨਾਨਕ ਹੰਸਾ ਆਦਮੀ ਬਸਦੇ ਜੰਪੁਰ ਜਾਏ। ਮਹਿਲਾ ਪਹਿਲਾ ਸਭੋ ਸੂਤਕ ਭਰਮ ਹੈ, ਦੂਜਾ ਲੱਗਾ ਜਾਏ। ਜਮਨ ਮਰਣਾ ਹੁਕਮ ਹੈ, ਭਾਣੇ ਆਵੇ ਜਾਏ। ਸਭੋ ਸੂਤਕ ਭਰਮ ਹੈ। ਸਾਰਾ ਜਿੰਨਾ ਸੂਤਕ ਦਾ ਤਾਣਾ ਬਾਣਾ ਹੈ ਨਾ, ਇਹ ਸਿਰਫ ਭਰਮ ਹੈ, ਇਹ ਤੋਂ ਉੱਤੇ ਕੁਛ ਨਹੀਂ। ਭਰਮ ਹੈ। ਇੱਕ ਗੱਲ ਹੋਰ ਸਾਧ ਸੰਗਤ ਨੋਟ ਕਰਨਾ, ਸਤਿਗੁਰੂ ਨੇ ਬੜੀਆਂ ਗੱਲਾਂ ਕੀਤੀਆਂ, ਅਸੀਂ ਬਾਣੀ ਨੂੰ ਪੜ੍ਹਦੇ ਰਵਾਂਗੇ, ਸਾਨੂੰ ਸਮਝ ਲੱਗੇਗੀ। ਹੋਰ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸਿੱਖ ਦੇ ਘਰ ਰੋਜ਼ ਸੂਤਕ ਪਾਤਕ ਹੋ ਰਿਹਾ ਹੈ। ਕੱਲਾ ਸੂਤਕ ਨਹੀਂ, ਪਾਤਕ ਵੀ ਰੋਜ਼, ਸਵੇਰ ਵੇਲੇ ਤੋਂ, ਤੜਕੇ ਤੋਂ ਹੀ ਸ਼ੁਰੂ ਹੋ ਜਾਂਦਾ। ਸਿੱਖ ਦੇ ਘਰੇ ਰੋਜ਼ ਸੂਤਕ ਪਾਤਕ ਹੋ ਰਿਹਾ, ਸਿੱਖ ਨਹੀਂ ਬਚ ਸਕਦਾ। ਪਤਾ ਕਿੱਦਾਂ? ਸਿੱਖ ਦੇ ਘਰ ਰੋਜ਼ ਗੁਰੂ ਦੀ ਕਿਰਪਾ ਨਾਲ ਗਿਆਨ ਦਾ ਜਨਮ ਹੋ ਰਿਹਾ ਹੈ, ਅਗਿਆਨ ਦੀ ਮੌਤ ਹੋ ਰਹੀ ਹੈ। ਇੱਥੇ ਤਾਂ ਰੋਜ਼ ਹੀ ਸੂਤਕ ਪਾਤਕ ਹੋ ਰਿਹਾ ਹੈ। ਸਤਿਗੁਰੂ ਦੀ ਬਾਣੀ ਪੜ੍ਹਦੇ ਆ, ਨਵਾਂ ਗਿਆਨ, ਨਵੀਂ ਗੱਲ ਸਾਡੇ ਜੀਵਨ ਚ ਆ ਰਹੀ ਹੈ, ਔਰ ਜਿਹੜੇ ਭਰਮ ਭੁਲੇਖੇ ਉਹ ਸਾਰੇ ਮਰ ਰਹੇ ਨੇ। ਇੱਥੇ ਤਾਂ ਰੋਜ਼ ਸੂਤਕ ਪਾਤਕ ਹੋ ਰਿਹਾ ਹੈ, ਔਰ ਇਹ ਸੂਤਕ ਪਾਤਕ ਮੁਬਾਰਕ, ਇਹ ਮੁਬਾਰਕ ਇਹ ਹੋਵੇ, ਇਹ ਸੂਤਕ ਪਾਤਕ ਹੋਵੇ, ਜੁਗ ਜੁਗ ਹੋਵੇ, ਹੈ ਨਾ ਜੀ। ਅਰਦਾਸ ਕਰੀਏ ਸਾਡਿਆਂ ਬੱਚਿਆਂ 'ਚ ਵੀ ਹੋਵੇ, ਇਹ ਸੂਤਕ ਤੇ ਸਾਨੂੰ ਲੱਗ ਜਾਏ, ਚੰਗਾ ਆ, ਭਲਾ ਆ। ਸਵਰ ਜਾਣਗੀਆਂ ਪੀੜ੍ਹੀਆਂ ਸਾਡੀਆਂ। ਗਿਆਨ ਦਾ ਜਨਮ, ਅਗਿਆਨ ਦੀ ਮੌਤ। ਹਾਂਜੀ। ਖਾਣਾ ਪੀਣਾ ਪਵਿੱਤਰ ਹੈ, ਜਿਤੋਂ ਰਿਜ਼ਕ ਸੰਭਾਏ। ਨਾਨਕ ਜਿਨੀ ਗੁਰਮੁਖ ਬੁਝਿਆ, ਤਿਨਾ ਸੂਤਕ ਨਾਮ। ਆ ਜਿਹੜੇ ਭਰਮ ਭੁਲੇਖਿਆਂ ਦਾ ਸੂਤਕ ਹੈ ਭਾਈ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਗੁਰਮੁਖ ਬੁਝਿਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਬੁੱਝ ਲਿਆ, ਸਮਝ ਲਿਆ, ਉਹਨਾਂ ਨੂੰ ਇਹ ਸੂਤਕ ਕਦੇ ਨਹੀਂ ਲੱਗਦਾ। ਪੌੜੀ ਸਤਿਗੁਰ ਵੱਡਾ ਕਰ ਸਾਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਸ਼ਾਮਿਲੇ ਤਨਦਰੀ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸ਼ਾਤ ਉੱਠੈ ਨੌ ਨਿਤ ਪਾਈਆ। ਸ਼ਲੋਕ ਇੱਥੇ ਹੀ ਨਹੀਂ ਰੁਕ ਜਾਈਏ ਜੀ, ਆਪਾਂ ਸਮੇਂ ਦੀ ਉਲੰਘਣਾ ਨਾ ਕਰੀਏ। ਜੇ ਅਸੀਂ, ਕਿਉਂਕਿ ਨਾ ਜੀ ਅੱਗੇ ਅੱਜ ਵੀ ਸ਼ਲੋਕ ਬਹੁਤ ਸਾਰੇ ਵਿਚਾਰ ਮੰਗਦੇ ਸੀ, ਤਾਂ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਬੜੀ ਜ਼ਰੂਰੀ ਸੀ। ਤੇ ਅਗਲੇ ਸ਼ਲੋਕ ਹੋਰ ਵੀ ਵਿਚਾਰ ਮੰਗਦੇ ਆ, ਉਹ ਫਿਰ ਆਪਾਂ ਕੱਲ ਨੂੰ ਹੀ ਪੜਾਂਗੇ, ਨਾਲੇ ਵਿਚਾਰਾਂਗੇ।